Please subscribe to our YouTube channel and press the bell icon for the latest updates. ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਜਾਬ ਫਾਰਮਰ ਪ੍ਰੋਗਰਾਮ ਦੇ ਤਹਿਤ ਗੱਲਬਾਤ ਕਰਾਂਗੇ ਪੋਲੀ ਹਾਊਸ ਤੇ। ਅੱਜ ਮੈਂ ਮੁਸ਼ਕਾਬਾਦ ਪਿੰਡ ਆਇਆ। ਇਹ ਜਦੋਂ ਅਸੀਂ ਲੁਧਿਆਣੇ ਤੋਂ ਅਨੰਦਪੁਰ ਸਾਹਿਬ ਰੋਪੜ ਨੂੰ ਜਾਂਦੇ ਹਾਂ ਤਾਂ ਨਹਿਰ ਦੇ ਕਿਨਾਰੇ ਵਸਦਾ ਪਿੰਡ ਹੈ। ਉੱਥੋਂ ਦੇ ਸਾਡੇ ਬਹੁਤ ਹੀ ਜਿਨ੍ਹਾਂ ਨੇ ਇਹ 'ਚ ਆਪਣਾ ਨਾਮਣਾ ਖੱਟਿਆ, ਦਵਿੰਦਰ ਸਿੰਘ ਮੁਸ਼ਕਾਬਾਦ ਸਾਡੇ ਮਹਿਮਾਨ ਹੈ। ਇਹਨਾਂ ਨੇ 2009 ਦੇ ਵਿੱਚ ਪੋਲੀ ਹਾਊਸ ਹੈ ਜਿਹੜਾ ਉਹ ਆਪਦੇ ਖੇਤ ਦੇ ਵਿੱਚ ਜਿਹੜਾ 1000 ਸਕੁਅਰ ਮੀਟਰ ਦਾ ਲਾਇਆ। ਉਸ ਤੋਂ ਬਾਅਦ ਨਵੀਂ ਟੈਕਨੀਕ ਨੂੰ ਅਡੋਪਟ ਕੀਤਾ ਅਤੇ ਪੋਲੀ ਹਾਊਸ ਦੀਆਂ ਮੁਸ਼ਕਿਲਾਂ, ਪੋਲੀ ਹਾਊਸ ਦੀ ਸਫਲਤਾ ਅਤੇ ਸਬਜ਼ੀਆਂ ਦਾ ਰੰਗ ਬਨ, ਕਿਸ ਤਰ੍ਹਾਂ ਦੀ ਮਾਰਕੀਟਿੰਗ ਹੈ, ਕਿਸ ਤਰ੍ਹਾਂ ਦੀ ਕਹਾਣੀ ਹੈ, ਪੋਲੀ ਹਾਊਸ ਅੱਗੇ ਕਿਉਂ ਨਹੀਂ ਵੱਧ ਸਕਿਆ, ਬਹੁਤਾ ਪਸਾਰਾ ਕਿਉਂ ਨਹੀਂ ਹੋ ਸਕਿਆ, ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ, ਸਾਰੀਆਂ ਕਹਾਣੀਆਂ ਜਿਹੜੀਆਂ ਇਹਨਾਂ ਦੀ ਜ਼ਬਾਨੀ ਸੁਣਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਦਵਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੋਤਾ ਸਿੰਘ ਜੀ, ਤੁਸੀਂ ਇੱਥੇ ਆਏ, ਇੱਕ ਵਾਰ ਪਹਿਲਾਂ ਦਰਸ਼ਨ ਹੋਏ ਸੀ, ਅੱਜ ਦੂਜੀ ਵਾਰ ਆਏ। ਮੇਰੇ ਵੱਲੋਂ ਤੇ ਮੇਰੀ ਸੁਸਾਇਟੀ ਵੱਲੋਂ ਤੁਹਾਨੂੰ ਜੀ ਆਇਆਂ ਨੂੰ। ਦਵਿੰਦਰ ਸਿੰਘ ਨੇ ਕਦੋਂ ਸੋਚਿਆ ਤੇ ਕਿਉਂ ਸੋਚਿਆ ਕਿ ਪੋਲੀ ਹਾਊਸ ਦੀ ਦੁਨੀਆ 'ਚ ਐਂਟਰੀ ਕਰਨੀ ਹੈ? ਕਿਉਂਕਿ ਖੇਤੀ ਹਮੇਸ਼ਾ ਹੀ ਖੇਤੀ ਦੇ ਚੈਲੰਜ ਵੱਡੇ ਰਹੇ ਹੈ, ਇੱਕ ਨਵੀਂ ਗੱਲ ਸੀ। ਤੋਤਾ ਸਿੰਘ ਜੀ, ਕੋਈ ਵੀ ਕੰਮ ਰੁਕ ਜਾਵੇ ਨਾ, ਹਾਂਜੀ, ਉਹ ਆਪਣੀ ਹੋਂਦ ਗਵਾ ਲੈਂਦਾ ਜੀ। ਜਿਹੜੀ ਇਨੋਵੇਸ਼ਨ ਹੈ ਜਾਂ ਕੋਈ ਵੀ ਡਿਵੈਲਪਮੈਂਟ ਹੈ, ਉਹ ਚਾਹੇ ਕੋਈ ਘਰ ਹੈ, ਚਾਹੇ ਕੋਈ ਸੰਸਥਾ, ਚਾਹੇ ਕੋਈ ਖੇਤੀ ਹੈ, ਚਾਹੇ ਕੋਈ ਵੀ ਫੀਲਡ ਆ ਜੀ, ਉਹ ਇਨੋਵੇਸ਼ਨ ਦੇ ਸਹਾਰੇ ਹੀ ਚੱਲਦਾ ਜੀ। ਇਨੋਵੇਸ਼ਨ 'ਚ ਚੈਲੰਜ ਬਹੁਤ ਵੱਡੇ ਹੁੰਦੇ ਨੇ, ਪਰ ਉਹ ਹਰ ਬੰਦਾ ਨਹੀਂ ਲੈਂਦਾ ਜੀ। ਪਰ ਉਹਨਾਂ ਚੈਲੰਜਾਂ ਨੂੰ ਕਬੂਲਣੇ ਵਾਲੇ ਅਸੀਂ ਸੀਗੇ, ਜਿਨ੍ਹਾਂ ਨੂੰ ਖਿੜੇ ਮੱਥੇ ਕਬੂਲ ਕੀਤਾ ਤੇ ਜਿਹਤੇ ਕੰਮ ਕੀਤਾ। ਕੰਮ ਕਰਨ ਦਾ ਮਤਲਬ ਇਹ ਸੀ, ਜਦੋਂ ਤੁਸੀਂ ਇਹਨੂੰ ਅਡੋਪਟ ਕਰ ਲਿਆ, ਲਵਾ ਲਿਆ, ਉਦੋਂ ਇੱਕ ਬੜਾ ਪੰਗਾ ਸੀ, ਲੱਗੇ ਬਹੁਤ, ਪਰ ਲੰਬੇ ਰੇਸ ਦੇ ਘੋੜੇ ਆ ਜਿਹੜੇ ਉਹ ਘਟ ਗਏ। ਕਾਰਨ ਕੀ ਦੇਖਦੇ ਹੋ? ਪਹਿਲਾਂ ਇਹ ਤਾਂ ਇਸ ਤੇ ਗੱਲਬਾਤ ਕਰਦੇ ਹਾਂ। ਤੋਤਾ ਸਿੰਘ ਜੀ, ਤੁਹਾਡੀ ਜਿਹੜੀ ਬਹੁਤ ਹੀ ਵਧੀਆ ਸਵਾਲ ਆ ਜਿਹੜਾ ਤੁਸੀਂ ਪੁੱਛਿਆ, ਵੀ ਇਹ ਆਇਆ ਹਨੇਰੀ ਮੋਂ ਤੇ ਗਿਆ ਵੀ ਹਨੇਰੀ ਮੋਂ। ਪੋਲੀ ਹਾਊਸ ਲੱਗਿਆ ਵੀ ਬਹੁਤ ਤੇ ਨਾਲ ਦੀ ਨਾਲ ਬੈਕ ਵੀ ਹੋ ਗਿਆ। ਅਸੀਂ ਇਹਨੂੰ ਲਾਉਣ ਤੋਂ ਪਹਿਲਾਂ ਇਟਲੀ, ਸਪੇਨ ਦੀ ਵਿਜ਼ਿਟ ਕੀਤੀ, ਮੈਂ ਤੇ ਮਿਹਰਬਾਨ ਸਿੰਘ ਸੋਹਲੀ ਨੇ ਜੀ। ਅਸੀਂ ਜਦੋਂ ਉੱਥੇ ਗਏ, ਅਸੀਂ ਉਹਨਾਂ ਲੋਕਾਂ ਦੇ ਨਾਲ ਰੂਬਰੂ ਹੋਏ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਲਾਇਆ, ਵੀ ਅਸੀਂ ਲਾਉਣ ਜਾ ਰਹੇ ਹਾਂ, ਵੀ ਤੁਸੀਂ ਇਹਦੇ ਵਿੱਚ ਕੋਈ 3 ਗੱਲਾਂ ਜਿਹੜੀਆਂ ਕਿ ਮਹੱਤਵਪੂਰਨ ਹੋਣ ਉਹ ਸਾਨੂੰ ਦੱਸੋ। ਉਹਨਾਂ ਨੇ ਜਿਹੜੀ ਸਾਨੂੰ ਗੱਲ ਦੱਸੀ, ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਤਾਂ ਏਰੀਆ, ਵੀ ਤੁਸੀਂ ਇਹਨੂੰ 2.5 ਏਕੜ ਦੇ ਘੱਟ ਨਹੀਂ ਲਾਉਣਾ ਜੀ। ਉਦੋਂ ਉਪਰੰਤ ਇਹਦੇ 'ਤੇ ਜਿਹੜਾ ਅੰਦਰ ਐਨਵਾਇਰਮੈਂਟ ਹੈ ਤੁਹਾਡੇ, ਉਹਦੇ ਅਕੋਰਡਿੰਗ ਜਿਹੜੀਆਂ ਇਹਦੇ ਵਿੱਚ ਸਿੱਧੀ ਧੁੱਪ ਨਹੀਂ ਜਾਂਦੀ, ਇਹਦੀਆਂ ਸੋਇਲ ਦੀਆਂ ਬਿਮਾਰੀਆਂ, ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਆਉਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਪ੍ਰੀਵੈਂਟਿਵ ਤੁਸੀਂ ਕੀ ਕਰਨਾ ਹੈ। ਉਸ ਤੋਂ ਉਪਰੰਤ ਜਿਹੜੀ ਇਹਦੇ ਅੰਦਰ ਫਰਟੀਗੇਸ਼ਨ ਹੈ, ਇਹ ਡਿਫਰੈਂਟ ਹੈ ਓਪਨ ਨਾਲੋਂ। ਅੰਦਰ ਜਿਹੜੀ ਖਾਦ ਖੁਰਾਕ ਦਾ ਦੇਣਾ ਉਹ ਡਿਫਰੈਂਟ ਆ। ਹੋਇਆ ਕਿ ਅਸੀਂ ਜਦੋਂ ਆਏ, ਅਸੀਂ ਪਹਿਲਾਂ ਆ ਕੇ ਜਦ ਘਰੇ ਗੱਲ ਕੀਤੀ ਵੀ 2.5 ਏਕੜ ਪੋਲੀ ਹਾਊਸ, ਤੇ ਸਾਡੇ ਘਰ ਮਾਤਮ ਛਾ ਗਿਆ ਵੀ ਬਹੁਤ ਔਖੇ ਕਰਜ਼ੇ 'ਚੋਂ ਨਿਕਲੇ ਆ। ਮੁੜ ਕੇ ਫਿਰ ਉਹ ਪਾਸੇ ਨੂੰ ਆਪਾਂ ਨੂੰ ਕਿਤੇ ਉੱਧਰ ਹੀ ਮੁਸੀਬਤ ਪਹਿਲਾਂ ਵਾਲੀ ਖੜੀ ਨਾ ਹੋ ਜੇ, ਇਹ ਪੜ੍ਹਿਆ ਲਿਖਿਆ ਮੁੰਡਾ ਖਰਾਬ ਕਰੂਗਾ ਵੀ ਇਹ ਹੁਣ ਜਿੰਨਾ ਕਿ ਇਹਨੇ ਕੰਮ ਕਰਿਆ ਵੀ ਮੈਂ ਤਾਂ ਵੀ ਉਦੋਂ ਵੱਧ ਸਾਨੂੰ ਨੁਕਸਾਨ ਪਹੁੰਚਾਉਣ ਪਾਸੇ ਚੱਲ ਪਿਆ। ਪਰ ਹੋਇਆ ਕਿ ਅਸੀਂ ਜਦ ਨਾ ਕੋਈ ਘਰ ਦਾ ਮੰਨਿਆ, ਨਾ ਕੋਈ ਗੱਲਬਾਤ ਬਣੀ, ਅਸੀਂ 1000 ਸਕੁਅਰ ਮੀਟਰ ਲੱਕੜ ਦਾ ਪੋਲੀ ਹਾਊਸ ਬਣਾ ਕੇ ਜਿਹੜੇ ਸੀਡ ਲੈ ਕੇ ਆਏ ਸੀ ਉਹਨੂੰ ਟਰਾਈ ਕੀਤਾ। ਟਰਾਈ ਕਰਨ ਤੋਂ ਬਾਅਦ ਜਦ ਘਰਦਿਆਂ ਨੇ ਵੀ ਵੇਖਿਆ, ਆਲੇ ਦੁਆਲੇ ਵੇਖਿਆ, ਉਹ ਅਸੀਂ ਬਣਾਇਆ ਵੀ ਬਾਂਸ ਦਾ। ਮੈਂ ਤੇ ਮਿਹਰਬਾਨ ਸਿੰਘ ਨੇ ਇੰਨੀ ਮਿਹਨਤ ਕੀਤੀ, ਉਹਨੂੰ ਅਸੀਂ ਪੂਰਾ ਬਾਂਸ ਦੇ ਉੱਤੇ ਪੋਲੀ ਹਾਊਸ ਡਿਜ਼ਾਈਨ ਕਰਕੇ ਉਹਦੇ ਵਿੱਚ ਸੀਡ ਲਾ ਕੇ ਜਦ ਵੇਖਿਆ, ਉਹਨਾਂ ਦੇ ਪ੍ਰੋਡਿਊਸ ਦੇਖੀ ਜਾਂ ਉਹਦੀ ਕੁਆਲਿਟੀ ਦੇਖੀ, ਸਾਨੂੰ ਐਂ ਲੱਗਿਆ ਵੀ ਨਹੀਂ, ਆਪਣਾ ਵੈਦਰ ਅਸੀਂ ਬੇਸਿਕਲੀ ਤੋਤਾ ਸਿੰਘ ਜੀ, ਅਸੀਂ ਯੂਰਪ ਔਰ ਅਮਰੀਕਾ, ਕੈਨੇਡਾ ਦੇ ਨੂੰ ਹੋਰ ਰੱਬ ਸਮਝਦੇ, ਆਪਣੇ ਰੱਬ ਨੂੰ ਹੋਰ ਰੱਬ ਸਮਝੀ। ਸਾਡੇ ਵਾਲਾ ਰੱਬ ਦੇਸੀ ਹੈ, ਉਹਨਾਂ ਵਾਲਾ ਟੈਕਨੀਕਲ, ਪਰ ਨਹੀਂ, ਇਹ ਰੱਬ ਸਾਰੇ ਕਿਤੇ ਇੱਕ ਆ। ਗੱਲ ਸੋਚਦੀ ਆ। ਅਸੀਂ ਫਿਰ ਜਦੋਂ ਲਾਇਆ, ਸਾਨੂੰ ਉਹਦੇ 'ਚ ਰਿਜ਼ਲਟ ਮਿਲੇ। ਰਿਜ਼ਲਟ ਮਿਲਣ ਤੋਂ ਬਾਅਦ ਅਸੀਂ ਫਿਰ 1 ਏਕੜ ਦਾ। ਤੁਸੀਂ ਇਸ ਐਨਵਾਇਰਮੈਂਟ 'ਚ ਇਹਦੀਆਂ ਬਹੁਤਾਤ ਪਸਾਰਾ ਨਹੀਂ ਹੋ ਸਕਿਆ, ਇੱਥੇ ਕੀ ਫਿਰ ਮੁਸ਼ਕਲਾਂ ਆਈਆਂ? ਮੈਂ ਉਹਦੇ 'ਤੇ ਆਉਣ ਲੱਗਿਆ ਸੀ। ਤਾਂ ਤੁਸੀਂ ਜੀ ਉਹਦੇ 'ਚ ਹੋਇਆ ਕੀ ਨਾ, ਉਹਨਾਂ ਨੇ ਸਾਨੂੰ ਇੱਕ ਗੱਲ ਦੱਸੀ ਵੀ 2.5 ਏਕੜ ਸੀਗਾ, ਵੀ ਇੰਨੇ ਪੈਸੇ ਸਾਡੇ ਕੋਲ ਨਹੀਂ ਹੈਗੇ, ਅਸੀਂ ਤਾਂ 1.5 ਏਕੜ ਵਾਲੇ ਆ। ਉਹ ਕਹਿੰਦੇ ਵੀ 1.5 ਏਕੜ ਦਾ ਪੋਲੀ ਹਾਊਸ ਨਹੀਂ ਹੁੰਦਾ। ਉਹਨਾਂ ਨੇ 1 ਏਕੜ ਦੇ ਵੀ ਕਿਹਾ ਵੀ ਤੁਸੀਂ ਜੇ ਪੰਜਾਬੀ ਕਰਾਂ ਉਹਦੀ ਗੱਲ ਦੀ ਜਿਹੜੀ ਉਹਨੇ ਸਾਨੂੰ ਗੋਰੇ ਨੇ ਸਮਝਾਈ, ਉਹ ਕਹਿੰਦਾ ਵੀ 1 ਮੱਝ ਰੱਖ ਕੇ ਦੁੱਧ ਹੀ ਬਣੂ ਫਿਰਦਾ ਤੁਸੀਂ।
ਕੀ ਬਾਤ ਹੈ। ਉਹਨੇ ਜਿਹੜਾ ਸਾਡੇ ਸਿੱਧਾ ਦਿਮਾਗ ਦੇ ਵਿੱਚ ਹਿੱਟ ਕੀਤਾ ਨਾ ਵੀ ਤੁਸੀਂ ਇੱਕ ਮੱਝ ਰੱਖ ਕੇ ਦੋਜੀ ਬਣ ਸਕਦੇ ਹੋ, ਵੀ ਇਹ ਡੈਰੀ ਫਾਰਮ ਇੱਕ ਮੱਝ ਦਾ ਨਹੀਂ ਹੁੰਦਾ, ਇਹ ਇੱਕ ਦਾ ਇਹਦਾ ਕਨਸੈਪਟ ਹੈ, ਇਹਦਾ ਇੱਕ ਏਰੀਆ। ਹੋਇਆ ਕਿ ਹੁਣ ਮੰਨ ਲਓ 1 ਏਕੜ ਆ, 1 ਏਕੜ ਲਈ ਮੰਨ ਲਓ ਇਹ ਡ੍ਰਿਪ ਲਾ ਲਿਆ ਤੁਸੀਂ, ਇਹਦੇ ਲਈ ਤੁਹਾਨੂੰ ਜਨਰੇਟਰ ਬੈਕਅਪ ਵੀ ਚਾਹੀਦੀ ਹੈ। ਹੁਣ ਆਪਣੇ ਤੋਂ ਪਾਣੀ ਨੇੜੇ ਆ, ਇੱਧਰ ਘੱਟੋ ਘੱਟ ਵੀ 3-3 4-4 ਲੱਖ ਦਾ ਜਨਰੇਟਰ ਆਉਂਦਾ। ਫਿਰ ਉਹ ਤੋਂ ਬਾਅਦ ਦੇ ਵਿੱਚ ਜਿਹੜੀ ਇਹਦੇ ਤੇ ਰੱਖ ਰਖਾਓ ਵਾਲਾ ਪੈਕ ਹਾਊਸ ਬਣਾਉਣਾ ਹੈ, ਚਾਹੇ 1 ਏਕੜ ਦਾ ਬਣਾ ਲਓ, ਜੇ 5 ਦਾ ਬਣਾ ਲਓ, ਉਹ ਵੀ ਉਨਾ ਹੀ ਬਣਨਾ, ਖਰਚੇ ਉੱਥੇ ਹੀ ਹੈ। ਉਹ ਤੋਂ ਬਾਅਦ ਇੱਥੋਂ 55 ਕਿਲੋਮੀਟਰ ਚੰਡੀਗੜ੍ਹ ਆ, ਉਸ ਟਾਈਮ 2000 ਰੁਪਈਆ ਗੱਡੀ ਵਾਲਾ ਲੈਂਦਾ ਸੀ। ਉਹ ਕਹਿੰਦਾ ਉਹ ਜਿਹੜਾ ਤੁਹਾਡਾ ਹਾਥੀ ਹੈ ਗੱਡੀ ਵਾਲਾ, ਛੋਟਾ ਗੱਡੀ ਹੈ ਜਿਹੜੀ, ਵੀ ਉਹਨੇ 1 ਏਕੜ ਦੀ ਪ੍ਰੋਡਿਊਸ ਵੀ ਲੈ ਜਾਣੀ ਹੈ, 4 ਦੀ ਵੀ ਲੈ ਜਾਣੀ ਹੈ। ਉਹ ਜਿਹੜੇ 1 ਏਕੜ ਤੇ ਓਵਰਹੈਡ ਸਾਰੇ ਪਈ ਗਏ, ਉਹ ਇੱਕ ਜਿਹੜਾ ਮਾਰਕੀਟਿੰਗ ਦਾ ਪਹਿਲੂ ਹੈ, ਮਾਰਕੀਟ ਦੇ ਇਹਦੇ ਨਾਲ ਇੱਕ ਚੀਜ਼ ਜਿਹੜੀ ਅਸੀਂ ਕੱਢੀ ਹੈ ਵਿੱਚੋਂ, ਵੀ ਕੁਆਂਟਿਟੀ ਤੇ ਕੁਆਲਿਟੀ। ਤੁਹਾਡੇ ਕੋਲ ਇਹਦੇ 'ਚ ਜਿਹੜੀਆਂ ਪ੍ਰੋਡਿਊਸ ਲੱਗਣੀਆਂ ਨੇ ਉਹ ਕੋਈ ਲੋਕਲ ਮਾਰਕੀਟ ਨਹੀਂ ਵਿਕਣੀਆਂ, ਉਹ ਦਿੱਲੀ, ਚੰਡੀਗੜ੍ਹ, ਤੁਸੀਂ ਜਲੰਧਰ। ਤੁਸੀਂ ਫਿਰ ਇਹਦੇ ਵਿੱਚ ਇਹ ਦੇਖਿਆ ਕਿ ਇਹ ਵੀ ਇੱਕ ਸਮੱਸਿਆ ਆਈ ਹੋਣੀ ਹੈ ਕਿ ਅਨਟ੍ਰੇਨਡ ਵੀ ਸੀਗੇ ਲੋਕ। ਬਿਲਕੁਲ ਅਸਲ 'ਚ ਤੋਤਾ ਸਿੰਘ ਜਿਹੜੇ ਬੰਦੇ ਆਏ ਨਾ ਇਹ ਕਨਸੈਪਟ ਨੂੰ ਲੈ ਕੇ, ਉਹਨਾਂ ਨੇ ਸੁਪਨੇ ਦਿਖਾਏ ਕਿਸਾਨ ਨੂੰ ਬਹੁਤ ਵੱਡੇ ਵੱਡੇ, ਵੀ ਤੈਨੂੰ 20 ਲੱਖ ਰੁਪਈਆ ਮੈਂਬਰ ਬਣਾਉਣ ਵਾਲੀ ਗੱਲ ਸੀ। ਵੀ ਉਹਦੇ ਵਿੱਚ ਤੈਨੂੰ ਅਸੀਂ ਬੈੱਡ ਕੱਢ ਕੇ ਸੀਡ ਲਾ ਕੇ ਸਾਰਾ ਕੰਪਲੀਟ ਕਰਕੇ ਦੇਵਾਂਗੇ। ਬੰਦੇ ਨੂੰ ਐਂ ਲੱਗਿਆ ਵੀ ਯਾਰ ਅੱਧੇ ਵੀ ਬਚ ਜਾਣਾ, ਵੀ ਅੱਧਾ ਝੂਠ ਬੋਲਦਾ ਹੋਏ, ਅੱਧੇ ਨਾਲ ਵੀ ਕੰਮ ਚੱਲਦਾ। ਪਰ ਉਹ ਜਦੋਂ ਉਹਦੋਂ ਬਾਅਦ ਦੇ ਵਿੱਚ ਲਾਉਣ ਤੋਂ ਬਾਅਦ ਪ੍ਰੋਬਲਮ ਆਈ, ਫਿਰ ਬਹੁਤ ਸਾਰੇ ਲੋਕਾਂ ਨੇ ਉਰੇ ਸਾਡੇ ਨਾਲ ਆ ਕੇ, ਅਸੀਂ ਜਿੰਨੇ ਜੋਗੇ ਸੀਗੇ ਲੋਕਾਂ ਨੂੰ। ਤੁਸੀਂ ਫਿਰ ਜਿਹੜਾ ਇਹ ਢੋਲ ਹੈ ਕਹਿੰਦੇ ਨੇ ਗਲ ਪਿਆ ਢੋਲ ਵਜਾਉਣਾ, ਤੁਸੀਂ ਗਲ ਪਿਆ ਵਜਾਇਆ ਕਿ ਢੋਲ ਨੂੰ ਮੁੜ ਕੇ ਤਾਲ 'ਚ ਕਰ ਲਿਆ? ਨਹੀਂ, ਅਸੀਂ ਵਜਾਇਆ ਸਾਲ 2 ਸਾਲ ਪਿਆ ਢੋਲ ਹੀ ਸੀ, ਪਿਆ ਢੋਲ ਸੀਗਾ, ਇਹ 'ਚ ਕੋਈ ਦੋ ਰਾਇਆ ਨਹੀਂ। ਤੋਤਾ ਸਿੰਘ ਕੋਈ ਵੀ ਚੀਜ਼ ਤੋਂ ਨਵੀਂ ਟੈਕਨੋਲੋਜੀ ਆਉਂਦੀ ਹੈ ਨਾ, ਉਹਦਾ ਮੂੰਹ ਸਿਰ ਨਹੀਂ ਹੁੰਦਾ, ਢੋਲ ਹੀ ਹੁੰਦਾ, ਉਹ ਢੋਲ ਹੀ ਹੁੰਦਾ। ਫਿਰ ਅਸੀਂ ਇਹਨੂੰ ਲੈ ਕੇ ਅਸੀਂ ਪਹਿਲਾਂ ਪੂਨੇ ਨੂੰ ਟੱਚ ਕੀਤਾ, ਪੂਨੇ ਦੇ ਵਿੱਚ ਵੱਡਾ ਕੰਮ ਸੀ, ਉੱਥੋਂ ਇੱਕ ਐਗਰੈਨੋਮਿਸਟ ਚੱਕਿਆ, ਉਹਨੂੰ ਅਸੀਂ ਆਉਣ ਜਾਣ ਦਾ 50,000 ਰੁਪਈਆ ਵਿਜ਼ਿਟ ਦਾ ਚਾਰਜ ਦਿੱਤਾ ਐਗਰੋਨਮੀ ਦਾ, ਜਿਹੜਾ ਸਾਨੂੰ ਆ ਕੇ ਸਮਝਾ ਕੇ ਜਾਵੇ। ਅਸੀਂ ਉਹਦੇ 1.5 ਲੱਖ ਰੁਪਈਆ ਖਰਚਾ ਕੀਤਾ, ਸਾਡੀ ਦੋਨਾਂ ਬੰਦਿਆਂ ਦੀ 10 ਲੱਖ ਇਨਕਮ ਵਧੀ ਉਹ ਸਾਲ। ਉਹਨੇ ਸਾਨੂੰ ਦੱਸਿਆ ਵੀ ਇਹਦੇ 'ਚ ਤੁਸੀਂ ਜਿਹੜੀ ਅੰਦਰ ਖੇਤੀ ਹੈ ਇਹਨੂੰ ਪਾਣੀ ਕਿੰਨਾ ਦੇਣਾ ਹੈ, ਜਿਹੜੀਆਂ ਖਾਦਾਂ ਨੇ ਉਹ ਕਿਸ ਰੂਪ 'ਚ ਦੇਣੀਆਂ ਨੇ, ਇਹਦੇ ਵਿੱਚ ਇਹਨੂੰ ਬੰਨਣਾ ਕਿੱਦਾਂ ਹੈ, ਇਹ ਜਿਹੜੇ ਬੂਟੇ ਨੇ ਉਹਨੂੰ ਪ੍ਰੂਨ ਕਿੱਦਾਂ ਕਰਨਾ ਹੈ, ਉਹ ਚੀਜ਼ਾਂ ਦਾ ਬਹੁਤ ਵੱਡਾ ਮਹੱਤਵ ਆ। ਉਹ ਬੰਦਾ ਉੱਥੇ ਦਾ ਐਕਸਪਰਟ ਸੀਗਾ, ਅਸੀਂ ਉਹਨੂੰ ਬਹੁਤ ਹੀ ਨਿਮਰਤਾ ਨਾਲ ਉਹਦੇ ਨਾਲ ਮਿੱਤਰਤਾ ਬਣਾ ਕੇ ਤਾਂ ਉਹਨੂੰ ਅਸੀਂ ਇੱਥੇ ਲੈ ਕੇ ਆਏ। ਉਹ ਬੰਦੇ ਦੀ ਦੇਣ ਹੈ ਜੀ। ਅਸੀਂ ਪੋਲੀਹਾਊਸ ਦੀ ਅੱਜ ਕੱਲ੍ਹ ਅਸੀਂ ਸਾਡਾ ਪੋਲੀਹਾਊਸ ਜੀ ਅਸੀਂ ਕਾਮਯਾਬ ਹੋਏ, ਜਾਣੀ ਕਿ ਜਿੰਨੀਆਂ ਸਬਸਿਡੀਆਂ ਦੇ ਚੱਕਰਾਂ 'ਚ ਵੀ ਲੋਕਾਂ ਨੇ ਲਾ ਲਿਆ, ਇਹ ਵੀ ਚੱਕਰ ਇੱਕ। ਹਾਂ, ਸਬਸਿਡੀ ਦੇ ਵਿੱਚ ਇਹ ਹੈ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਕਿਸਾਨ ਦਾ ਹੀ ਪਤਾ ਲੱਗ ਜਾਂਦਾ ਜੀ। ਜੇ ਹੁਣ ਕਿਸਾਨ ਕਹਿੰਦਾ ਜੀ ਇਹਦੇ 'ਤੇ ਸਬਸਿਡੀ ਕਿੰਨੀ ਹੈ, ਤੇ ਤਾਂ ਮਤਲਬ ਸਬਸਿਡੀ ਲਈ ਲਾ ਰਿਹਾ। ਜੇ ਕੋਈ ਆ ਕੇ ਕਹਿੰਦਾ ਵੀ ਮੇਰੇ ਸਿਰ ਕਰਜ਼ਾ ਯਾਰ, ਮੈਂ ਕੰਮ ਕਰਕੇ ਕਰਜ਼ਾ ਲਾਉਣਾ ਜਾਂ ਆਪਣੇ ਜਵਾਕਾਂ ਨੂੰ ਸੈੱਟ ਕਰਨਾ ਹੈ, ਤਾਂ ਸਮਝ ਲਓ ਬੰਦਾ ਖੇਤੀ ਕਰਨ ਆ ਰਿਹਾ। ਉਹਦੀ ਤੁਹਾਡੀ ਪਹਿਲੀ ਸਟੇਟਮੈਂਟ ਤੋਂ ਹੀ ਪਤਾ ਲੱਗ ਜਾਊਗਾ। ਹੋਇਆ ਕਿ ਪੋਲੀਹਾਊਸ ਦੇ ਵਿੱਚ 2 ਹੈ, ਇੱਕ ਨੇਚਰਲੀ ਵੈਂਟੀਲੇਟਡ ਹੈ, ਇੱਕ ਹਾਈਟੈਕ ਆ। ਉਹ ਕਹਿੰਦੇ ਜੀ ਹਾਈਟੈਕ ਤੇ 28 ਲੱਖ ਸਬਸਿਡੀ ਹੈ, ਜਿਹੜਾ ਨੇਚਰਲੀ ਵੈਂਟੀਲੇਟਡ ਉਹਦੇ 18 ਲੱਖ। ਫਾਰਮਰ ਕਹਿੰਦਾ 28 ਵਾਲਾ ਲਾਉਣਾ। ਫਾਰਮਰ ਨੇ ਲਵਾ ਵੀ ਲਿਆ, ਡਿਪਾਰਟਮੈਂਟ ਵੱਲੋਂ ਸਬਸਿਡੀ ਵੀ ਹੋ ਗਈ, ਪਰ ਉਹ ਬੰਦੇ ਕੋਲ ਉੱਥੇ ਜਿਹੜੀ ਆਪਣੀ ਸਰਕਾਰੀ ਲਾਈਟ ਹੈ, ਤਾਂ ਨਾਲ 4 ਘੰਟੇ ਲਾਈਟ ਉਹ ਆ। ਕੀ ਬਾਤ ਵੀ ਉਹ ਦੇਖੇ ਨਹੀਂ ਵੀ ਯਾਰ ਇਹ ਅਸੀਂ ਹਾਈਟੈਕ ਲਾਇਆ, ਇਹਨੂੰ ਸਾਨੂੰ 24 ਘੰਟੇ ਲਾਈਟ ਚਾਹੀਦੀ ਆ। ਉਹ ਚੀਜ਼ਾਂ ਦਾ ਅਸੀਂ ਜ਼ਿਆਦਾ ਕੰਸੈਪਟ ਦੇਖਿਆ। ਉਦੋਂ ਬਾਅਦ ਦੇ ਵਿੱਚ ਅਸੀਂ ਉਹਨੂੰ ਫਿਰ ਨਿੰਦਣਾ ਸ਼ੁਰੂ ਕਰਤਾ ਵੀ ਇਹ ਪੋਲੀਹਾਊਸ ਠੀਕ ਨਹੀਂ ਜੀ, ਇਹ ਸਾਡੇ ਨਾਲ ਕੋਈ ਚੀਟ ਕਰ ਗਿਆ ਜਾਂ ਕੁਝ ਵੀ ਕਰ ਗਿਆ। ਠੀਕ ਹੈ, ਉੱਥੇ ਪ੍ਰੋਬਲਮ ਕਿਸੇ ਪਾਸੋਂ ਵੀ ਹੋ ਸਕਦੀ ਹੈ, ਪਰ ਫਾਰਮਰ ਨੇ ਵੀ ਕਿਤੇ ਨਾ ਕਿਤੇ ਸਬਸਿਡੀ ਨੂੰ ਟੱਚ ਕਰਨ ਲਈ ਕੋਈ ਉਹੋ ਜਿਹੇ ਕੰਸੈਪਟ ਨੂੰ ਹੱਥ ਪਾਇਆ ਜਿਹੜਾ ਕਿ ਆਪਣੇ ਵਾਇਬਲ ਨਹੀਂ ਹੈਗਾ ਇਸ ਟਾਈਮ। ਜਾਨੀ ਕੁਝ ਕੰਪਨੀਆਂ ਨੇ ਵੀ ਇਸ ਤਰ੍ਹਾਂ ਹਾਈਜੈਕ ਕਰ ਲਿਆ। ਹਾਂਜੀ ਹਾਂਜੀ। ਤੁਸੀਂ ਫਿਰ ਜਦੋਂ ਲਾ ਲਿਆ, ਢੋਲ ਤੇ ਤਾਲ ਆਉਣ ਲੱਗ ਗਿਆ, ਕੀ ਕੁਛ ਲਾਇਆ ਫਿਰ? ਅਸੀਂ ਇਹਦੇ 'ਚ ਸ਼ੁਰੂਆਤ ਦੇ ਵਿੱਚ ਖੀਰਾ ਲਾਇਆ। ਖੀਰੇ ਦੇ ਵਿੱਚ ਨਿਮਾਟੋਡ ਦੀ ਸਮੱਸਿਆ ਆਈ, ਉਹਨੂੰ ਅਸੀਂ ਸੋਇਲਰਾਈਜੇਸ਼ਨ ਦੇ ਰਾਹੀਂ ਉਹਦਾ ਟ੍ਰੀਟਮੈਂਟ ਕੀਤਾ। ਉਸ ਤੋਂ ਬਾਅਦ ਅਸੀਂ ਕਲਰ ਕੈਪਸਿਕਮ 'ਤੇ ਆਏ। ਕਲਰ ਕੈਪਸਿਕਮ ਦੀ ਅੱਜ ਦੀ ਮਾਰਕੀਟ ਵਿੱਚ ਸਿਰਫ ਲੋਕਡਾਊਨ ਨੇ ਸਾਨੂੰ 2 ਸਾਲ ਹੋ ਗਏ, ਨਹੀਂ ਇਹਦੀ ਡਿਮਾਂਡ ਤਕਰੀਬਨ ਵਧੀ ਅੱਗੇ ਨਾਲੋਂ। ਜਦੋਂ ਅਸੀਂ 2010 ਦੇ ਵਿੱਚ ਸ਼ੁਰੂ ਕੀਤੀ ਸੀ ਕੈਪਸਿਕਮ, ਤਾਂ ਲੁਧਿਆਣੇ ਮੰਡੀ ਦੀ 500 ਕਿਲੋ ਵੀਕ ਦੀ ਰਿਕੁਆਇਰਮੈਂਟ ਹੁੰਦੀ ਸੀ। 500 ਕਿਲੋ ਵੀਕ ਉਦੋਂ। ਅੱਜ ਉਹ ਇੱਕ ਦਿਨ ਦੀ ਘੱਟੋ ਘੱਟ 5 ਟਨ। 5 ਟਨ ਹੈ ਜਿਹੜੀ ਉਹਦੀ ਰਿਕੁਆਇਰਮੈਂਟ ਹੈ। ਇੱਥੇ ਐਡਾ ਜ਼ਿਆਦਾ ਵੋਲੀਅਮ ਖੁੱਲ੍ਹ ਰਿਹਾ। ਸਭ ਤੋਂ ਵੱਡੀ ਗੱਲ ਤਾਂ ਜਿਵੇਂ ਅਸੀਂ ਕੋਵਿਡ ਦੀ ਗੱਲ ਕਰਦੇ ਹਾਂ, ਕੋਵਿਡ ਦੇ ਵਿੱਚ ਜਿਹੜੀ ਆਈ ਗੱਲ ਵੀ ਬੰਦੇ ਦਾ ਇਮਿਊਨ ਸਿਸਟਮ
ਉਦੋਂ ਫਿਰ ਸਾਡੀਆਂ ਚੀਜ਼ਾਂ ਨੂੰ ਲੋਕਾਂ ਨੇ ਬਹੁਤ ਲਾਈਕ ਕੀਤਾ, ਚਾਹੇ ਕੈਪਸੀਕਮ ਸੀ, ਚਾਹੇ ਖੀਰਾ ਸੀ, ਵੀ ਤੁਸੀਂ ਸਲਾਦ ਖਾਓ, ਇਹਨਾਂ ਚੀਜ਼ਾਂ ਦੀ ਕੀ ਮਹੱਤਵ ਨੇ। ਸ਼ਿਮਲਾ ਮਿਰਚ ਦੇ ਰੰਗ ਕਿੰਨੇ ਘੈਂਟ ਹੈ। ਰੰਗ ਨੇ ਤੇ ਉਹਦੇ 'ਚ ਫਿਰ ਇਹ ਗੱਲ ਦੂਰ ਨਹੀਂ, ਅਸੀਂ ਫੋਰਨ ਦੇ ਨਾਲੋਂ ਇਹ ਨਹੀਂ ਵੀ ਅਸੀਂ ਕਿਸੇ ਗੱਲ 'ਚ ਪਿਛੜੇ ਹੋਏ ਜ਼ਰੂਰ ਹਾਂ, ਪਰ ਉਹ ਚੀਜ਼ਾਂ ਸਾਡੇ ਕੋਲ ਲੇਟ ਪਹੁੰਚਦੀਆਂ ਨੇ। ਸਾਡੀ ਜਿਹੜੀ ਅਵੇਅਰਨੈਸ ਆ ਉਹਨਾਂ ਨੂੰ ਲੇਟ ਹੁੰਦੀ ਆ। ਪਰ ਅੱਜ ਜੇ ਮੈਂ ਗੱਲ ਕਰਾਂ, ਅੱਜ ਹਰੇਕ ਬੰਦਾ ਖਾਣ ਦੀ। ਤੁਹਾਡੇ ਕੋਲ ਹੁਣ ਕ੍ਰਾਪਸ ਕੀ ਨੇ ਤੇ ਕਿੰਨੇ ਥਾਂ 'ਚ ਪੋਲੀ ਹਾਊਸ ਲੱਗਿਆ ਹੋਇਆ? ਸਾਡੇ ਕੋਲ 5.5 ਏਕੜ ਪੋਲੀ ਹਾਊਸ ਹੈ, ਜਿਹਦੇ ਵਿੱਚ ਅਸੀਂ ਕੈਪਸੀਕਮ ਲਾਈ ਹੈ, ਕੁਝ ਸੀਡਲੈਸ ਬ੍ਰਿੰਜਲ ਲਾਇਆ ਸੀ, ਕੁਝ ਟੋਮੈਟੋ ਲਾਇਆ ਸੀਗਾ। ਤੇ ਹੁਣ ਨੈਕਸਟ ਈਅਰ ਤੇ ਅਸੀਂ ਮਾਰਕੀਟਿੰਗ ਦਾ ਆਪਣਾ ਪਿੱਛੇ ਆਊਟਲੈਟ ਬਣਾ ਕੇ ਡਾਇਰੈਕਟ ਕੰਜ਼ਿਊਮਰ ਦੇ ਨਾਲ ਜੋੜਨੇ ਵਾਲਾ ਸ਼ੁਰੂ ਕਰ ਰਹੇ ਹਾਂ ਪ੍ਰੋਜੈਕਟ। ਸਾਡੀ ਸੁਸਾਇਟੀ ਦਾ ਮੋਰਲ ਇਹ ਹੈ ਵੀ ਵਿਦਆਊਟ ਮਿਡਲ ਮੈਨ ਫਾਰਮਿੰਗ, ਜਿਹਦੇ 'ਚ ਕੋਈ ਕਿਸੇ ਕਿਸਮ ਦਾ ਵਿਚੋਲਾ ਨਾ ਹੋਵੇ। ਤੇ ਤੁਹਾਡੀ ਜਿਹੜੀ ਇਹਦੇ ਚਲੋ ਮੇਨਟੇਨੈਂਸ ਕਿੰਨੀ ਕੁ ਹੈ ਪੋਲੀ ਹਾਊਸ ਦੀ? ਮੇਨਟੇਨੈਂਸ ਇਹਦਾ ਡੈਪਰੀਸ਼ੀਏਸ਼ਨ 1 ਲੱਖ ਰੁਪਈਆ ਪਰ ਏਕੜ ਆਉਂਦਾ ਸਾਲ ਦਾ। ਉਹ ਚਾਹੇ ਤੁਸੀਂ ਸ਼ੀਟ ਚੇਂਜ ਕਰਨੇ ਵਾਲਾ ਚੌਥੇ ਸਾਲ ਵਾਲਾ ਮੰਨ ਲਓ, ਚਾਹੇ ਉਹਦਾ ਤੁਸੀਂ ਕੋਈ ਹਨੇਰੀ ਨਾਲ ਨੁਕਸਾਨ ਮੰਨ ਲਓ। ਪਰ ਪਿਛਲੇ ਸਾਲ ਜਿੰਨੀਆਂ ਐਤਕੀ ਹਨੇਰੀਆਂ ਆਈਆਂ ਨੇ, ਇਹਦੇ 'ਚ ਨੁਕਸਾਨ ਵੱਧ ਹੋਇਆ ਨੁਕਸਾਨ ਪਿਛਲੇ ਸਾਲਾਂ ਨਾਲੋਂ। ਬਾਕੀ ਅਸੀਂ ਧੰਨਵਾਦੀ ਹਾਂ ਹਾਰਟੀਕਲਚਰ ਡਾਇਰੈਕਟਰ ਮੈਮ ਸ਼ੈਲਿੰਦਰ ਕੌਰ ਜੀ ਦੇ, ਜਿਨ੍ਹਾਂ ਨੇ ਪਿਛਲੇ ਸਾਲ ਲੋਕਡਾਊਨ ਦੇ ਵਿੱਚ ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੇ ਸਾਤੋਂ ਪੁੱਛਿਆ ਵੀ ਤੁਹਾਨੂੰ ਬੇਸਿਕ ਰਿਕੁਆਇਰਮੈਂਟ ਕੀ ਆ। ਅਸੀਂ ਉਹਨਾਂ ਨੂੰ ਇੱਕ ਪ੍ਰੋਜੈਕਟ ਦਿੱਤਾ ਬਣਾ ਕੇ, ਟੋਟਲੀ ਛੋਟੀ ਜਿਹੜੇ ਸਾਡੇ ਕੋਲ ਜ਼ਿਆਦਾਤਰ ਫਾਰਮਰ 5 ਏਕੜ ਤੋਂ ਥੱਲੇ ਵਾਲੇ ਆ, ਉਹਨਾਂ ਲਈ ਉਹਨਾਂ ਨੇ ਸਾਡਾ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਬਣਾ ਕੇ ਸੈਂਟਰ ਨੂੰ ਭੇਜਿਆ ਹੋਇਆ। ਉਮੀਦ ਕਰਦੇ ਹਾਂ ਵੀ ਮੇਬੀ ਥੋੜ੍ਹੇ ਦਿਨਾਂ ਦੇ ਵਿੱਚ। ਤੁਸੀਂ ਸੁਸਾਇਟੀ ਦੇ ਵਿੱਚ ਕੀ ਕਰ ਰਹੇ ਹੋ? ਸੁਸਾਇਟੀ 'ਚ ਸਾਡਾ ਇੱਕੇ ਮੋਟਿਵ ਹੈ ਜੀ, ਅਸੀਂ ਚੀਜ਼ਾਂ ਲੈਣ ਵੇਲੇ ਇਕੱਠੇ ਆ, ਵੇਚਣ ਵੇਲੇ ਇਕੱਠੇ ਆ। ਕੰਮ ਸਾਡੇ ਆਪੋ ਆਪਣੇ ਨੇ। ਜੇ ਕੋਈ ਟ੍ਰੇਨਿੰਗ ਦਾ ਕੰਮ ਆ, ਉਹ ਅਸੀਂ ਕੋਈ ਬੰਦਾ ਸਾਡੇ ਕੋਲ ਕੋਈ ਮਾਰਕੀਟ 'ਚ ਕੋਈ ਚੀਜ਼ ਵੇਚਣ ਆ ਰਿਹਾ, ਚਾਹੇ ਉਹ ਕੋਈ ਇਨਪੁਟਸ ਹੈ, ਚਾਹੇ ਸੀਡ ਹੈ, ਅਸੀਂ ਉਹਨੂੰ ਪਹਿਲਾਂ ਕਹਿੰਦੇ ਵੀ ਸਾਨੂੰ ਲਾ ਕੇ ਇਹਦਾ ਟਰਾਇਲ ਕਰਕੇ ਵਿਖਾ, ਜੇ ਇਹ ਸਾਡੇ ਪਹਿਲਾਂ ਨਾਲੋਂ ਸਹੀ ਹੈ ਤਾਂ ਅਸੀਂ ਇਹਨੂੰ ਲਵਾਂਗੇ ਤੇ ਨਹੀਂ ਲਵਾਂਗੇ। ਸੁਸਾਇਟੀ ਦਾ ਮੇਨ ਮੋਟਿਵ ਇਹੀ ਹੈ ਵੀ ਜਿਵੇਂ ਸੋਇਲ ਦੀਆਂ ਬਿਮਾਰੀਆਂ ਨੇ, ਐਨਵਾਇਰਨਮੈਂਟ ਦੀਆਂ ਬਿਮਾਰੀਆਂ ਨੇ, ਉਹਦੇ 'ਚ ਪ੍ਰੀਵੈਂਟਿਵ 'ਚ ਕੀ ਕੀਤਾ ਜਾ ਸਕਦਾ ਹੈ। ਜਿਵੇਂ ਪਾਣੀ ਦੀ ਗੱਲ ਕਰੀਏ, ਪਾਣੀ ਦਿਨ ਪਰ ਦਿਨ ਥੱਲੇ ਜਾ ਰਹੇ ਨੇ। ਅਸੀਂ ਡ੍ਰਿਪ ਦੇ ਉੱਤੇ ਬਹੁਤ ਵੱਡਾ ਕੰਮ ਕੀਤਾ ਸੁਸਾਇਟੀ 'ਚ, ਜਿਹਦੇ 'ਚ ਹੁਣ ਅੱਗੇ ਜਾ ਕੇ ਪਹਿਲਾਂ ਫਾਰਮਰ ਡ੍ਰਿਪ ਨੂੰ ਥੋੜ੍ਹਾ ਜਿਹਾ ਕੰਨੀ ਕਤਰਾਉਂਦੇ ਸੀ, ਪਰ ਉਹਦੇ ਰਿਜ਼ਲਟ ਦੇਖਣ ਤੋਂ ਬਾਅਦ ਹੁਣ ਜਿਹੜਾ ਫਾਰਮਰ ਡ੍ਰਿਪ ਨੂੰ ਸਮਝ ਗਿਆ, ਉਹ ਡ੍ਰਿਪ ਤੋਂ ਬਿਨਾਂ ਖੇਤੀ ਨਹੀਂ ਕਰ ਸਕਦਾ। ਇਸ ਲਈ ਸੁਸਾਇਟੀ ਦੇ ਵਿੱਚ ਇਕੱਲਾ ਅਸੀਂ ਗਰੋਇੰਗ ਦਾ ਨਹੀਂ, ਅਸੀਂ ਹੁਣ ਸੁਸਾਇਟੀ ਦੇ ਵਿੱਚ ਮਾਰਕੀਟਿੰਗ ਦਾ ਕੰਸੈਪਟ ਵੀ ਲੈ ਕੇ ਆਏ ਹਾਂ, ਵੀ ਤਾਂ ਜੋ ਜਿਹੜੇ ਛੋਟੇ ਫਾਰਮਰ ਨੇ, ਅਸੀਂ ਇਕੱਠੇ ਹੋ ਕੇ ਮੰਨ ਲਓ ਇਹ ਚੀਜ਼ ਨੂੰ ਕਿਤੇ ਦੂਰ ਦਰਾਡੇ ਦੀਆਂ ਮੰਡੀਆਂ ਦੇ ਵਿੱਚ ਸਾਡੇ ਕੋਲ ਵੋਲੀਅਮ ਹੋਊਗਾ। ਮਾਰਕੀਟ ਦੇ ਤੋਂ ਤਾਂ ਅਸੀਂ ਦੋਏ ਫੰਡ ਨੇ, ਇੱਕ ਕੁਆਲਿਟੀ ਇੱਕ ਕੁਆਂਟਿਟੀ। ਕੁਆਲਿਟੀ ਪੈਦਾ ਡ੍ਰਿਪ ਤੇ ਵਧੀਆ ਇਨਪੁਟਸ ਦੇ ਨਾਲ ਟੈਕਨੋਲੋਜੀ ਨਾਲ ਹੋਣੀ ਹੈ, ਤੇ ਕੁਆਂਟਿਟੀ ਗਰੁੱਪ ਨਾਲ ਹੋਣੀ ਹੈ। ਤੁਹਾਡੇ 5.5 ਕਿੱਲਿਆਂ 'ਚ ਲੱਖ ਰੁਪਈਆ ਮੇਨਟੇਨੈਂਸ ਹੈ ਹਰ ਸਾਲ ਦਾ, 1 ਏਕੜ ਦਾ। ਇਸ ਸਾਰੇ ਖਰਚੇ ਕੱਢ ਕੇ 20 ਪੋਲੀ ਹਾਊਸ ਦੂਜੀ ਰਵਾਇਤੀ ਖੇਤੀ ਨਾਲ ਮੂਹਰੇ ਹੈ। ਦੇਖੋ, ਇਹਦੇ ਵਿੱਚ ਜਿੰਨਾ ਅਸੀਂ ਪਿਛਲਾ ਸਫ਼ਰ ਤੈਅ ਕੀਤਾ, 2-3 ਸਾਲ ਪਹਿਲਾਂ ਸਾਡੇ ਪੈਰ ਨਹੀਂ ਲੱਗੇ, 3-4 ਸਾਲ ਤੋਂ ਪਹਿਲਾਂ। ਹੁਣ 3-4 ਸਾਲ ਤੋਂ ਸਾਡੀਆਂ ਇੰਪਰੂਵਮੈਂਟਸ ਇੰਨੀਆਂ ਹੋ ਗਈਆਂ। ਹੁਣ ਅਸੀਂ ਬੂਟਿਆਂ ਦੇ ਨਾਲ ਸ਼ੁਰੂ ਤੋਂ ਹੀ ਸਾਂਝ ਤਾਂ ਪਾ ਲਈ ਸੀ, ਪਰ ਹੁਣ ਅਸੀਂ ਇੱਥੋਂ ਤੱਕ ਪਹੁੰਚ ਗਏ ਕਿ ਅਸੀਂ ਇਹਨਾਂ ਨੂੰ ਸਵੇਰੇ ਸ਼ਾਮ ਗੁਰਬਾਣੀ ਵੀ ਸੁਣਾਉਂਦੇ ਹਾਂ, ਗੱਲਾਂ ਵੀ ਕਰਦੇ, ਸਪੀਕਰ ਲਾਇਆ ਸੀ, ਇਹਨਾਂ ਨਾਲ ਗੱਲਾਂ ਕਰਦੇ ਹਾਂ। ਅੱਛਾ, ਅਸੀਂ ਸਵੇਰੇ ਤੇ ਸ਼ਾਮ ਉਹਨਾਂ ਨੂੰ ਅੰਦਰ ਗੁਰਬਾਣੀ ਵੀ ਸੁਣਾਉਂਦੇ। ਜੋ ਅਸੀਂ ਯੂਰਪ ਦੇ ਵਿੱਚ ਜਾ ਕੇ ਵੇਖਿਆ ਵੀ ਉਹਨਾਂ ਦੇ ਸਾਊਂਡ ਸਿਸਟਮ ਲੱਗੇ ਹੋਏ ਨੇ, ਅਸੀਂ ਉਹ ਵੀ ਆਪਣੇ ਹਾਊਸਾਂ ਦੇ ਵਿੱਚ ਲਿਆ ਕੇ ਇਹ ਫਰਕ ਮਹਿਸੂਸ ਕਰਦੇ ਹੋ? ਬਿਲਕੁਲ, ਉਹਦੇ 'ਚ ਕੋਈ ਦੋ ਰਾਇਆ ਨਹੀਂ। ਇਹ ਪਲਾਂਟ ਨੇ, ਇਹਨਾਂ ਦੇ ਵਿੱਚ ਚੇਤਨਾ ਹੁੰਦੀ ਆ। ਇਹ ਇੱਦਾਂ ਨਹੀਂ ਹੈਗਾ ਜਿੱਦਾਂ ਅਸੀਂ ਇੱਕ ਪ੍ਰਾਣੀ ਆ, ਇੱਦਾਂ ਇੱਕ ਪਲਾਂਟ ਦੇ ਵਿੱਚ ਆ। ਜੇ ਉਹਨੂੰ ਸਟ੍ਰੈਸ ਆਉਂਦਾ ਤਾਂ ਉਹ ਜਿਹੜੀ ਆਪਣੀ ਕੁਛ ਆਪਣੀ ਊਰਜਾ ਨੂੰ ਸਟੋਰ ਕਰਕੇ ਰੱਖਦਾ, ਉਹ ਉਸ ਟਾਈਮ ਉਹਨੂੰ ਵਰਤਦਾ। ਤੁਸੀਂ ਬਾਹਰ ਕਦੇ ਢੇਰ ਦੇ ਉੱਤੇ ਦੇਖੋ, ਘਈਏ ਦੀ ਵੇਲ ਦੁਪਹਿਰ ਨੂੰ ਜਮਾਂ ਹੀ ਸੁੱਕੀ ਪਈ ਹੁੰਦੀ ਆ, ਉਹ ਆਪਣੇ ਲੋਕ ਲਾਈਨ ਬੈਠੀ ਹੁੰਦੀ ਆ। ਜਦੋਂ ਟੈਂਪਰੇਚਰ ਨਾਰਮਲ ਹੁੰਦਾ ਉਹਨੂੰ ਫੇਰ ਛੱਡ ਦਿੰਦੇ, ਸ਼ਾਮ ਨੂੰ ਆਪਾਂ ਫੇਰ ਫੁੱਲ ਦੇਖਦੇ ਹਾਂ। ਇਹ 'ਚ ਇੱਕ ਬਹੁਤ ਵੱਡੀ ਕੁਦਰਤ ਕਾਇਨਾਤ ਇੱਕ ਅੰਦਰ ਉਹਦੇ ਵਿਚਰ ਰਹੀ ਹੁੰਦੀ ਆ, ਆਪਾਂ ਨੂੰ ਦਿਖਦੀ ਨਹੀਂ। ਪਲਾਂਟ 'ਚ ਯਾਰ ਸਾਡੇ ਇਨਸਾਨ 'ਚ ਕੋਈ ਬਹੁਤਾ ਫਰਕ ਨਹੀਂ। ਜੇ ਅਸੀਂ ਬਲੱਡ ਦੇ ਸੈਂਪਲ ਸਾਡੇ ਲੈਂਦੇ ਹਾਂ, ਪਲਾਂਟ ਦੇ ਲੈਂਦੇ ਹਾਂ, ਸੇਮ। ਇਹ ਸਾਡੇ ਨਾਲ ਜਿਵੇਂ ਸਾਡੇ ਕੋਈ ਟੱਕ ਲੱਗ ਜੇ, ਇੱਕ ਇਹਦੇ ਵਿੱਚ ਖੂਨ ਦੇ ਵਿੱਚ ਸੈੱਲ ਨੇ ਜਿਹੜੇ ਉਹਨੂੰ ਕੰਟਰੋਲ ਕਰਦੇ, ਇੱਦਾਂ ਹੀ ਇਹਦੇ ਵਿੱਚ ਆ ਜਿਹੜੀ ਅਸੀਂ ਕਟਿੰਗ ਪ੍ਰੂਨਿੰਗ ਕਰਦੇ ਹਾਂ, ਉਹਨਾਂ ਨੂੰ ਵੀ ਜਗ੍ਹਾ ਨੂੰ ਇਹ ਵਧਣ ਨਹੀਂ ਦਿੰਦੇ, ਉਹਨਾਂ ਨੂੰ ਆਰਾਮ ਆਉਂਦਾ, ਉਹਨਾਂ ਨੂੰ ਸਹੀ ਕਰ ਲੈਂਦੇ ਨੇ ਵੀ। ਇਸ ਲਈ ਜੋ ਵੀ ਇਹ ਸਾਰਾ ਕੁਛ ਹੈ, ਜਾਂ ਤੁਸੀਂ ਇਹਦੇ ਵਿੱਚ ਬੜੀ ਜਾਂਦੇ ਹੋ ਇੱਕ ਨਾਨਕ ਵਾਲੀ ਖੇਤੀ ਦੇ, ਫਿਰ ਤੁਹਾਨੂੰ ਦਿਨ ਪਰ ਦਿਨ ਤੁਹਾਨੂੰ ਇਹ ਫੀਲ ਹੋਣ ਲੱਗ ਜਾਂਦਾ ਵੀ ਅੱਜ ਅੰਦਰ ਕੋਈ ਸਮੱਸਿਆ ਹੈ। ਬਿਨਾਂ ਬੋਲੇ ਵਾਲੀ ਗੱਲ ਹੈ ਵੀ ਦੱਸ ਦਿੰਦੇ ਨੇ ਪਲਾਂਟ ਵੀ ਅੱਜ ਅਸੀਂ ਠੀਕ ਨਹੀਂ ਹੈਗੇ। ਅੱਛਾ, ਇੱਦਾਂ ਦੀ ਵੀ ਇਹ ਫੀਲਿੰਗ। ਸਾਡੀ ਖੇਤੀ ਨਾਲੋਂ ਯੂਰਪ ਹੈ ਜਿਹੜਾ, ਉਹ ਜਾਂ ਦੂਜੇ ਦੇਸ਼ ਹੈ, ਕਿਸ ਤਰ੍ਹਾਂ ਦਾ ਵਖਰੇਵਾਂ ਦੇਖਦੇ ਹੋ? ਉੱਥੇ ਇੱਕ ਐਗਰੀਕਲਚਰ ਕੰਸੈਪਟ ਹੈ।
ਇੱਥੇ ਸੀਡ ਵਾਲਾ ਆਉਂਦਾ ਸੀਡ ਵੇਚ ਕੇ ਤੁਰ ਜਾਂਦਾ ਹੈ, ਖਾਦ ਵਾਲਾ ਖਾਦ ਵੇਚ ਕੇ ਤੁਰ ਜਾਂਦਾ ਹੈ, ਸੁੰਡੀ ਵਾਲਾ ਕਹਿੰਦਾ ਜ਼ਿੰਮੇਵਾਰੀ ਨਹੀਂ ਹੈ, ਉਹਦੀ ਕੋਈ ਲਾਇਬਿਲਿਟੀ ਨਹੀਂ ਹੈ। ਨੰਬਰ 2, ਕਿਸਾਨ ਨੂੰ ਇੱਕ ਚੀਜ਼ ਦੇ ਵਿੱਚ ਜਦੋਂ ਇਹਦੇ 'ਚ ਰੀਟੇਕ ਨਹੀਂ ਆ, ਤੁਸੀਂ 10 ਆਪਰੇਸ਼ਨ ਕਰਦੇ ਹੋ, 10 'ਚੋਂ ਇੱਕ ਮਿਸ ਕਰਦਾ ਤਾਂ 9 ਵੀ ਫੇਲ ਹੋ ਜਾਂਦੇ ਆ। ਇਹ ਖੇਤੀ ਨੇ ਕਾਮਯਾਬ ਉਦੋਂ ਹੋਣਾ ਜਦੋਂ ਇੱਕ ਸੰਯੁਕਤ ਰੂਪ ਦੇ ਵਿੱਚ ਜਿਹੜੀ ਕੰਪਨੀ ਤੋਂ ਅਸੀਂ ਇੱਕ ਫੰਗੀਸਾਈਡ ਲੈਂਦੇ ਹਾਂ ਜਾਂ ਕੁਝ ਵੀ ਲੈਂਦੇ ਹਾਂ, ਉਹਦਾ ਇੱਕ ਬੰਦਾ ਇੱਥੇ ਹਾਇਰ ਕੀਤਾ ਜਾਊਗਾ, ਉਹ ਜਾ ਕੇ ਵਿਜ਼ਿਟ ਕਰੂਗਾ, ਉਹ ਪ੍ਰੋਬਲਮ ਆਉਣ ਤੋਂ ਪਹਿਲਾਂ ਦੱਸੂਗਾ। ਸਾਨੂੰ ਜੇ ਅੱਜ ਕਹਾਂ ਸਾਡੀ ਸੁਸਾਇਟੀ ਵਿੱਚ ਸਾਨੂੰ ਇੱਕ ਲੈਬ ਦੀ ਜ਼ਰੂਰਤ ਆ ਸੋਇਲ ਟੈਸਟਿੰਗ ਦੀ, ਅਸੀਂ ਤਾਂ ਜੋ ਜਿਹੜੀਆਂ ਇਹਦੀਆਂ ਖਾਦਾਂ ਦੇ ਖਰਚੇ ਨੇ ਹੋਰ ਘਟਾ ਸਕੀਏ। ਜਿਵੇਂ ਹੁਣ ਮੌਸਮ ਦਾ ਕਾਰਨ ਹੈ, ਸਾਨੂੰ ਵੈਦਰ ਸਟੇਸ਼ਨ ਦੀ ਲੋੜ ਆ, ਵੀ ਇੱਕ ਵੈਦਰ ਸਟੇਸ਼ਨ ਹੋਵੇ ਸਾਡੇ ਇੱਥੇ ਏਰੀਏ ਦਾ, ਜਿਹੜਾ ਅਸੀਂ ਜਿਵੇਂ ਹੁਣ ਮੰਨ ਲਓ ਆਪਣੇ ਫੋਨ 'ਤੇ ਵੀ ਆਉਣ ਲੱਗ ਗਿਆ, ਪਰ ਉਹ ਵੀ ਐਕੂਰੇਟ ਪਹਿਲਾਂ ਤਾਂ ਠੀਕ ਹੈ, ਪਰ ਜੇਕਰ ਜਿਹੜੇ ਵਧੀਆ ਵੈਦਰ ਸਟੇਸ਼ਨ ਵਧੇ ਕੰਪੋਨੈਂਟ ਆਏ ਨੇ, ਜੇਕਰ ਉੱਦਾਂ ਦਾ ਕੋਈ ਕੰਪੋਨੈਂਟ ਲੱਗ ਜੇ ਤਾਂ ਉਹ ਫਾਰਮਰਾਂ ਦੇ ਨੁਕਸਾਨ ਨੂੰ ਰੋਕਣ ਦੇ ਵਿੱਚ ਬਹੁਤ ਸਹਾਈ ਹੋ ਸਕਦਾ। ਉਸ ਤੋਂ ਉਪਰੰਤ ਜਿਵੇਂ ਪੋਲੀ ਹਾਊਸ ਹੈ, ਪੋਲੀ ਹਾਊਸ ਦੇ ਉੱਤੇ ਜਿਵੇਂ ਹਰਿਆਣੇ 'ਚ ਪਾਲਿਸੀ ਹੈ, ਇਹਨੂੰ ਰਿਪੇਅਰ ਦੇ ਉੱਤੇ ਸੈਕਿੰਡ ਸ਼ੀਟ ਦੇ ਉੱਤੇ ਸਹਾਇਤਾ ਦਿੱਤੀ ਜਾਂਦੀ ਹੈ, ਜਾਂ ਉੱਥੇ ਫਟਦੇ ਆ ਉਹਨਾਂ ਦੇ ਉੱਤੇ ਗਵਰਨਮੈਂਟ ਹੈਲਪ ਕਰਦੀ ਆ। ਸ਼ੁਰੂਆਤ ਦੇ ਵਿੱਚ ਫਾਰਮਰ ਨੂੰ ਹੈਲਪ ਦੀ ਲੋੜ ਹੁੰਦੀ ਹੈ। ਮੈਂ ਫਾਰਮਰ ਨੂੰ ਵੀ ਬੇਨਤੀ ਕਰਦਾ ਵੀ ਇੱਕ ਵਾਰ ਜਾਂ 2 ਵਾਰ ਲੈਣ ਤੋਂ ਬਾਅਦ ਆਪਾਂ ਤਕੜੇ ਹੋ ਕੇ ਕੰਮ ਕਰੀਏ ਰਲ ਕੇ, ਤਾਂ ਜੋ ਅਸੀਂ ਬਾਰ-ਬਾਰ ਹੁਣ ਮੰਗੀਏ। ਤੁਸੀਂ ਖਾਸ ਕੀ ਕਰਨ ਲੱਗੇ ਹੋ ਹੁਣ? ਖਾਸ ਇਹਦੇ 'ਚ ਮੈਂ ਦੇਖਿਆ ਕਿ ਇੱਕ ਡਿਸਪਲੇ ਬਣਾਇਆ, ਆਊਟਲੈਟ ਬਣਾ ਰਹੇ ਹੋ, ਕੀ ਦਿਓਗੇ ਆਪਦੇ ਗਾਹਕਾਂ ਨੂੰ? ਰਸੋਈ 'ਚ ਕੀ ਲੈ ਕੇ ਆਉਂਗੇ? ਤੋਤਾ ਸਿੰਘ ਜੀ, ਜਿਹੜਾ ਸਾਡਾ ਕਨਸੈਪਟ ਹੈ, ਅਸੀਂ ਅਕਤੂਬਰ ਮਹੀਨੇ ਤੱਕ ਇੱਕ ਆਪਣਾ ਇੱਥੋਂ ਆਊਟਲੈਟ ਖੋਲ੍ਹਣ ਜਾ ਰਹੇ ਹਾਂ, ਰਨ ਕਰਾਂਗੇ। ਇਹਦੇ ਵਿੱਚ ਜਿੰਨੇ ਵੀ ਸਾਡੇ ਫਾਰਮਰਸ ਨੇ, ਇੱਕ ਮੰਨ ਲਓ ਓਪਨ ਫੀਲਡ ਦੇ ਵਿੱਚ ਕੋਈ ਮੰਨ ਲਓ ਕਿਸੇ ਕੋ ਘੱਟ ਏਰੀਆ ਇੱਕ ਏਕੜ ਆ, ਉਹ ਲੀਫੀ ਵੈਜੀਟੇਬਲ ਦਊਗਾ ਲਿਆ ਕੇ ਉਰੇ। ਸਾਡੇ ਕੋਲ ਪੋਲੀਹਾਊਸ ਅਸੀਂ ਪ੍ਰੋਟੈਕਟਰ ਵਾਲੀਆਂ ਫਸਲਾਂ ਕਰਾਂਗੇ। ਕਿਸੇ ਫਾਰਮਰ ਕੋ ਆਲੂ ਹੈ, ਚਾਹੇ ਕਿਸੇ ਕੋ ਦੁੱਧ ਵੀ ਹੈ, ਕੁਛ ਵੀ ਹੈ, ਅਸੀਂ ਇੱਕ ਸਿੰਗਲ ਵਿੰਡੋ ਦੇ ਉੱਤੇ ਅਸੀਂ ਇੱਥੇ ਘਲਾੜੀ ਲਾ ਰਹੇ ਹਾਂ, ਅਸੀਂ ਗੰਨਾ ਕਰ ਰਹੇ ਹਾਂ ਮੰਨ ਲਓ ਜ਼ਹਿਰ ਮੁਕਤ ਤਿਆਰ, ਅਤੇ ਸਰੋਂ ਅਸੀਂ ਲੈ ਕੇ ਰੱਖੀ ਹੈ, ਉਹਦਾ ਅਸੀਂ ਤੇਲ ਕਢਾ ਕੇ ਜੋ ਵੀ ਚੀਜ਼ਾਂ 'ਚ ਅਸੀਂ ਜ਼ਹਿਰਾਂ ਦੀ ਗੱਲ ਕਰਦੇ ਹਾਂ, ਅਸੀਂ ਉਹ ਤੋਂ ਕਿੱਥੋਂ ਆਪਣੇ ਤਰੀਕੇ ਨਾਲ ਸੋਰਸ ਕਰਕੇ ਵਧੀਆ ਉਹਨੂੰ ਪੈਕ ਕਰਕੇ ਇੱਕ ਕੰਜ਼ਿਊਮਰ ਤੱਕ ਵਧੀਆ ਰੇਟ 'ਤੇ ਪੈਦਾ ਕਰ ਦਈਏ। ਹੁਣ ਜੇ ਮੈਂ ਗੱਲ ਕਰਾਂ ਖੀਰੇ ਦੀ, ਖੀਰਾ ਸਾਡਾ ਮਾਰਕੀਟ 'ਚ 25 ਰੁਪਏ ਵਿਕ ਰਿਹਾ, ਕੰਜ਼ਿਊਮਰ ਨੂੰ 50 ਰੁਪਏ ਮਿਲ ਰਿਹਾ, ਅਸੀਂ ਉਹਦੇ ਤੁਹਾਨੂੰ 35 ਰੁਪਏ ਦੇਵਾਂਗੇ। ਅਸੀਂ ਉਹਨਾਂ ਵਾਲਾ ਦੁੱਗਣੇ ਵਾਲਾ ਨਹੀਂ ਕਰਾਂਗੇ, ਅਸੀਂ 10 ਰੁਪਏ ਜੋ ਸਾਡਾ ਹੱਕ ਬਣਦਾ ਅਸੀਂ ਉਹੀ ਲਵਾਂਗੇ। ਉਹ ਤੋਂ ਬਾਅਦ ਪੋਲੀਹਾਊਸ ਦੇ ਵਿੱਚ ਇਹਨੂੰ ਜ਼ਹਿਰ ਮੁਕਤ ਕਰਨ 'ਚ ਕਾਮਯਾਬ ਹੋਏ ਹੋ? ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨਹੀਂ। ਪੋਲੀਹਾਊਸ ਦੇ ਵਿੱਚ ਜਿਹੜਾ ਸਾਡਾ ਅੱਜ ਦੀ ਪ੍ਰੈਕਟਿਸ ਹੈ, ਅੱਜ ਅਸੀਂ ਵਾਅਦੇ ਨਾਲ ਕਹਿ ਸਕਦੇ ਹਾਂ ਵੀ ਸਾਡੀ ਪ੍ਰੋਡਿਊਸ ਨੂੰ ਜੇਕਰ ਬੰਦੇ ਨੇ ਕੋਈ ਟੈਸਟਿੰਗ ਲਈ ਲੈ ਕੇ ਜਾਣਾ ਤਾਂ ਉਹ ਵੀ ਕਰਵਾ ਸਕਦਾ। ਦਿਨ ਪਰ ਦਿਨ ਜੋ ਵੀ ਮਾੜੀਆਂ ਮੋਟੀਆਂ ਸਾਡੀਆਂ ਕਮੀਆਂ ਪੇਸ਼ੀਆਂ ਨੇ, ਉੱਥੇ ਸਾਡਾ ਬਹੁਤ ਧਿਆਨ ਹੈ, ਉਹਨਾਂ ਦੇ ਵਿੱਚ ਅਸੀਂ ਹਰ ਸਾਲ ਕੁਝ ਨਾ ਕੁਝ ਇੰਪਰੂਵਮੈਂਟ ਕਰ ਰਹੇ ਹਾਂ। ਇਹ ਜੇ ਆਮ ਕਿਸਾਨ ਨੇ ਲਾਉਣਾ ਹੈ, ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਉਹਦੇ ਕੋਲ ਟਾਈਮ ਹੋਣਾ ਚਾਹੀਦਾ ਹੈ, ਵੀ ਉਹ ਲਾ ਕੇ, ਇਹ ਲੇਬਰ ਨਾਲ ਚੱਲਣ ਵਾਲਾ ਕੰਮ ਨਹੀਂ ਵੀ ਲਾ ਕੇ ਮੈਂ ਲੇਬਰ ਤੋਂ ਕਰਵਾ ਲੂੰ। ਨੰਬਰ 2, ਉਹਨੂੰ ਲਾਉਣ ਤੋਂ ਪਹਿਲਾਂ ਤੋਂ ਤਕਰੀਬਨ 92 ਤੋਂ ਇਸ ਲਾਈਨ ਦੇ ਵਿੱਚ ਹੈ ਵੈਜੀਟੇਬਲ 'ਚ। ਜਦ ਦੀ ਮੇਰੀ ਸੁਰਤ ਸੰਭਲੀ ਹੈ, ਮੈਂ ਆਏ ਖੇਤਾਂ 'ਚ ਰੇਗਿਸਤਾਨ ਤੋਂ ਇਹਨੂੰ ਇੱਥੇ ਤੱਕ ਪਹੁੰਚਾਇਆ। ਮੈਂ ਜੀ ਇਟਲੀ ਗਿਆ, ਇਟਾਲੀਆ ਦੇ ਵਿੱਚ BSc ਐਗਰੀਕਲਚਰ ਹੈ। ਜੇ ਮੈਂ ਸਪੇਨ ਗਿਆ, ਸਪੇਨ 'ਚ BSc ਐਗਰੀਕਲਚਰ ਹੈ। ਕਿਸੇ ਵੀ ਕੰਟਰੀ 'ਚ ਗਏ ਹਾਂ, ਉੱਥੇ ਉਹਦੀ ਮਾਤ ਭਾਸ਼ਾ ਦੇ ਵਿੱਚ BSc ਐਗਰੀਕਲਚਰ ਹੈ। ਪਰ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੀ ਜਿਹੜੀ ਐਗਰੀਕਲਚਰ ਹੈ ਉਹ ਇੰਗਲਿਸ਼ ਦੇ ਵਿੱਚ। ਇੰਗਲਿਸ਼, ਕੀ ਬਾਤ ਹੈ। ਮੈਂ ਜੋ 28 ਸਾਲਾਂ 'ਚ ਸਿੱਖਿਆ, ਮੇਰਾ ਸੁਪਨਾ ਹੈ ਵੀ ਮੈਂ ਇੱਥੇ ਇੱਕ ਕਲਾਸਰੂਮ ਬਣਾ ਰਿਹਾ, ਮਗਰ ਮੈਂ ਉਹਨਾਂ ਨੂੰ ਜਵਾਕਾਂ ਨੂੰ ਉਰੇ ਚਾਹੇ ਕਿਸਾਨ ਨੇ ਚਾਹੇ ਕੋਈ ਬੱਚੇ ਨੇ, ਉਹਨੂੰ ਰੱਖਣ ਲਈ ਮੇਰੇ ਕੋਲ ਇੱਕ 40-50 ਬੰਦਿਆਂ ਦੀ ਰਿਹਾਇਸ਼ ਲਈ ਵੀ ਮੈਂ ਸੋਚ ਰਿਹਾ ਵੀ ਉੱਦਾਂ ਦਾ ਇੱਕ ਵਰਗ ਬਣਾ ਕੇ ਮੈਂ ਪ੍ਰੈਕਟੀਕਲ ਡਿਪਲੋਮੇ ਚਲਾਉਣਾ ਚਾਹੁੰਦਾ, ਜਿਹਦੇ ਵਿੱਚ ਲਿਖਣ ਨੂੰ ਨਾ ਹੋਵੇ, ਕੁਝ ਕਰਨ ਨੂੰ ਹੋਵੇ। ਮੈਂ ਉਹਨਾਂ ਨੂੰ ਇੱਕ ਬੀਜ ਤੋਂ ਲੈ ਕੇ ਵੀ ਬੀਜ ਲਾਉਣਾ ਸਿੱਧਾ ਪੁੱਠਾ ਕਿਵੇਂ ਲਾਉਣਾ ਹੈ, ਇਹ ਸੂਰਜ ਦੇ ਵਿੱਚ ਕੀ ਫੈਕਟਰ ਨੇ, ਚੰਦ ਜਿਹਦੇ ਕੀ ਫੈਕਟਰ ਨੇ, ਜੇ ਸ਼ਾਮ ਨੂੰ ਲਾਉਣੇ ਹੋ ਕੀ ਪ੍ਰਭਾਵ ਨੇ, ਦੁਪਹਿਰੇ ਲਾਉਣੇ ਹੋ ਕੀ ਪ੍ਰਭਾਵ ਨੇ। ਥੋੜੇ ਸ਼ੇਅਰ ਕਰ ਸਕਦੇ ਹੋ? ਕਿੱਦਾਂ ਜੀ? ਵੀ ਚੰਦ ਤੇ ਸੂਰਜ ਦਾ ਕੀ ਤਾਲਮੇਲ ਹੈ? ਜੇ ਮੈਂ ਸੂਰਜ ਦੀ ਗੱਲ ਕਰਾਂ, ਜੇ ਅਸੀਂ ਇਨਸਾਨ ਦੀ ਵੀ ਗੱਲ ਦੇਖੀਏ, ਸਾਡੇ 80% ਬਰਥ ਰਾਤ ਨੂੰ ਹੁੰਦੇ ਆ, 20% ਸਾਡੇ ਦਿਨੇ ਬਰਥ ਹੁੰਦੇ ਆ। ਜਿੰਨੇ ਸਾਡੇ ਸੀਡ ਨੇ ਇਹ ਸਾਰੇ ਰਾਤ ਨੂੰ ਬਰਥ ਹੁੰਦਾ ਇਹਨਾਂ ਦਾ, ਦਿਨੇ ਨਹੀਂ ਜੰਮਦੇ। ਜਿਹੜੀਆਂ ਜੜ੍ਹਾਂ ਨੇ ਸਾਡੀਆਂ, ਰੂਟਸ ਨੇ, ਤੁਸੀਂ ਮਲਚਿੰਗ ਕਰ ਦਿੰਦੇ ਹੋ, ਸ਼ੀਟ ਪਾ ਦਿੰਦੇ ਹੋ, ਪਰਾਲੀ ਪਾ ਦਿੰਦੇ ਹੋ, ਉਹ ਥੱਲੇ ਜੜ੍ਹਾਂ ਉੱਪਰਲੀ ਸਤ੍ਹਾ 'ਚ ਆ ਜਾਂਦੀਆਂ ਨੇ। ਉਹ ਸੂਰਜ ਜਿੰਨਾ ਇਹ ਇੱਕ ਵਧੀਆ ਪ੍ਰਾਣੀ ਆ, ਓਨਾ ਇਹ ਹਾਰਮਫੁਲ ਵੀ ਹੈ। ਜਿੱਥੇ ਸਾਨੂੰ ਵਧੀਆ ਹੈ ਤਾਂ ਅਸੀਂ ਇਹਨੂੰ ਉੱਦਾਂ ਲਈਏ, ਜਿੱਥੇ ਸਿੱਧੀ ਪ੍ਰੋਬਲਮ ਆ ਉਹਨੂੰ ਅਸੀਂ ਕਿਵੇਂ ਕਵਰ ਕਰਨਾ। ਜਿਵੇਂ ਚੰਦ ਹੈ, ਚੰਦ ਇੱਕ ਕੈਲਸ਼ੀਅਮ ਦਾ ਸਰੋਤ ਆ। ਚੰਦ ਦੇ ਵਿੱਚ ਅਸੀਂ ਜੇ ਹੁਣ ਕੁੱਕਰਬਿਟਸ ਦੀ ਗੱਲ ਕਰਦੇ ਹਾਂ, ਕੁੱਕਰਬਿਟਸ ਹਨੇਰ ਦੇ ਵਿੱਚ ਲੱਗਣਾ ਬੰਦ ਹੋ ਜਾਂਦਾ। ਸਾਡਾ ਕਿਸਾਨ ਜਾ ਕੇ ਦੁਕਾਨਦਾਰ ਨੂੰ ਕਹਿੰਦਾ, ਜਿਹੜੇ ਬੰਦੇ ਨੇ ਕਦੇ, ਬਹੁਤ ਦੁਕਾਨਦਾਰ ਵਧੀਆ ਵੀ ਨੇ, ਮੈਂ ਰਿਸਪੈਕਟ ਕਰਦਾ, ਜ਼ਿਆਦਾਤਰ ਇੱਦਾਂ ਦੇ ਨੇ ਜਿਹਨੇ ਜ਼ਿੰਦਗੀ 'ਚ ਕਦੇ ਵੇਲ ਨਹੀਂ ਲਾਈ, ਇੱਕ ਵਿਸਵਾ ਕਣਕ ਜਾਂ ਸਬਜ਼ੀ ਨਹੀਂ ਲਾਈ,
ਉਹ ਫਿਰ ਉਹਨੂੰ ਜਾ ਕੇ ਜੋ ਵੀ ਉਹਦੇ ਕੋਲ ਨਹੀਂ ਵਿਕਣ ਵਾਲਾ ਸਮਾਨ ਉਹਨੂੰ ਉਹ ਦੇ ਦਿੰਦਾ। ਉਹ ਕਹਿੰਦਾ ਜੀ ਹਫ਼ਤੇ ਤੱਕ ਕੰਮ ਕਰੂ, ਹਫ਼ਤੇ ਤੱਕ ਚਾਨਣ ਆ ਜਾਂਦਾ ਤੇ ਉਹਨੂੰ ਫੇਰ ਫੜ ਲੱਗਣ ਲੱਗ ਜਾਂਦਾ। ਸਾਡਾ ਕਿਸਾਨ ਕਹਿੰਦਾ ਵੀ ਇਹ ਦਵਾਈਆਂ ਨੇ ਕੰਮ ਕੀਤਾ। ਜਦੋਂ ਤੁਸੀਂ ਕੁਦਰਤ ਨੂੰ ਜਾਣਨ ਦੇ ਨਾਲ ਨਾਲ ਬੂਟਿਆਂ ਦੇ ਵਿੱਚ ਬੈਠਣ ਲੱਗ ਗਏ ਨੇ, ਇਹਨਾਂ ਨੇ ਤੁਹਾਨੂੰ ਸਿਖਾ ਦੇਣਾ। ਮੈਂ ਇਹੀ ਬੇਨਤੀ ਕਰਦਾ ਵੀ ਜਿਹੜਾ ਮੈਂ ਕਨਸੈਪਟ ਲੈ ਕੇ ਆ ਰਿਹਾ, ਮੇਰਾ ਸੁਪਨਾ ਹੈ ਮੈਂ ਜੇ ਤੁਹਾਡੇ ਰਾਹੀਂ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਗੱਲ ਨੂੰ ਸੁਣਦਾ ਵੀ ਅਸੀਂ ਇੱਕ ਕੰਪਲੀਟ ਪੈਕੇਜ ਲੈ ਕੇ ਆ ਰਹੇ ਹਾਂ ਵੀ ਇੱਕ ਬੰਦਾ ਜਿਹਦੇ ਕੋਲ ਜ਼ਮੀਨ ਨਹੀਂ ਹੈਗੀ ਉਹ ਵੀ ਆਵੇ। ਬਹੁਤ ਬੰਦੇ ਸਿੰਪਥੀ ਲੈਣ ਆਉਂਦੇ ਨੇ, ਮੇਰੇ ਕੋਲ 2 ਕਿੱਲੇ ਨੇ, ਮੇਰੇ ਕੋਲ 1 ਕਿੱਲਾ ਹੈ, ਯਾਰ ਮੇਰੇ ਬਾਪੂ ਨੇ ਜਾਂ ਮੇਰੇ ਦਾਦੇ ਨੇ ਇੱਦਾਂ ਕਰਤਾ। ਮੈਂ ਕਹਿੰਦਾ ਨਹੀਂ, ਤੂੰ 1 ਲੱਖ ਰੁਪਈਆ ਕਿੱਲਾ ਖਰਚਾ ਕੱਢ ਕੇ ਆਮਦਨ ਕਮਾਉਣੀ ਸਿੱਖ। ਜਿੱਥੇ ਤੱਕ ਨਿਗਾਹ ਜਾਂਦੀ ਹੈ ਤੇਰੀ ਜ਼ਮੀਨ ਆ। 50,000 ਨੂੰ ਦੇ ਕੇ 50,000 ਤੈਨੂੰ ਬਚ ਜੂ। ਦੁਨੀਆ ਦੀ ਕੋਈ ਬੈਂਕ ਨਹੀਂ ਜਿਹੜੀ 50,000 ਨੂੰ ਸਾਲ 'ਚ ਦੁੱਗਣੇ ਕਰਦੀ ਹੈ। ਘਰੋਂ ਨਿਕਲਣਾ ਪਊਗਾ, ਰੋਟੀ ਬਣਾ ਕੇ ਅਸੀਂ 6 ਵਜੇ ਉਰੇ ਆ ਜਾਣਾ, ਅਸੀਂ ਰਾਤ ਨੂੰ 8 ਵਜੇ ਜਾਂਦੇ ਹਾਂ। 14, 15, 16 ਘੰਟੇ ਅਸੀਂ ਅੱਜ ਵੀ ਉਰੇ ਹੁੰਦੇ ਹਾਂ। ਤੁਹਾਨੂੰ ਬਹਿਣਾ ਪੈਣਾ। ਜਦੋਂ ਤੁਸੀਂ ਬੈਠਣ ਲੱਗੇ ਤੁਹਾਨੂੰ ਆਪਣੇ ਆਪ ਹੀ ਇਨਵਾਇਰਮੈਂਟ ਨਹੀਂ ਦੱਸੀ ਜਾਣਾ ਵੀ ਹੁਣ ਯਾਰ ਦੁਪਹਿਰ ਨੂੰ ਤਾਂ ਬੂਟਿਆਂ ਨੂੰ ਪਾਣੀ ਬਹੁਤ ਅੱਜ ਘੱਟ ਆ ਜਾਂ ਵੱਧ ਆ। ਇਹ ਚੀਜ਼ਾਂ ਤੁਹਾਨੂੰ ਲਾਸਟ ਸਵਾਲ ਵਰਗਾ ਸਵਾਲ ਹੈ ਮੇਰਾ, ਮਾਨ ਸਨਮਾਨ ਕਿੰਨੇ ਹਾਸਲ ਹੋਏ ਫਿਰ ਇਸ ਮਸਲੇ ਦੇ ਵਿੱਚ? ਤੋਤਾ ਸਿੰਘ ਜੀ, ਜਿਹੜੀ ਮਾਨ ਸਨਮਾਨ ਵਾਲੀ ਗੱਲ ਆ, ਸਾਹਿਬਤ ਵਡਿਆਈਆਂ ਜਿਸ ਭਾਵਾ ਤਿਸਦੇ। ਮੈਂ ਕਹਿੰਦਾ ਵੀ ਮੈਨੂੰ PAU ਨੇ 2 ਵਾਰ ਸਨਮਾਨ ਦਿੱਤਾ, ਸਟੇਟ ਅਵਾਰਡ ਦਿੱਤਾ, ਜਾਗਰ ਸਿੰਘ ਧਾਲੀਵਾਲ ਅਵਾਰਡ ਦਿੱਤਾ, ਪੰਜਾਬ ਸਰਕਾਰ ਨੇ ਮੈਨੂੰ ਸਟੇਟ ਅਵਾਰਡ ਦਿੱਤਾ, ICR ਨੇ ਮੈਨੂੰ ਨੈਸ਼ਨਲ ਅਵਾਰਡ ਦਿੱਤਾ, 550 ਸਾਲ ਦੇ ਕੈਪਟਨ ਜੀ ਨੇ ਜਿਹੜਾ ਹੁਣ ਬਣਾਇਆ ਸੀ ਫੰਕਸ਼ਨ ਕੀਤਾ ਸੀ, ਉੱਥੇ ਵੀ ਮੈਨੂੰ ਸਨਮਾਨ ਕੀਤਾ। ਸਨਮਾਨ ਲੈਣਾ ਸੌਖੀ ਗੱਲ ਆ, ਉਹਨੂੰ ਮੇਨਟੇਨ ਰੱਖਣਾ ਤੁਹਾਡੀ ਡਿਊਟੀ ਲੱਗ ਜਾਂਦੀ ਹੈ। ਜਦੋਂ ਤੁਹਾਨੂੰ ਸਨਮਾਨ ਮਿਲ ਗਿਆ ਵੀ ਤੁਸੀਂ ਘਰ ਦੇ ਇਕੱਲੇ ਘਰ ਲਈ ਕੰਮ ਨਹੀਂ ਕਰ ਸਕਦੇ, ਫਿਰ ਤੁਹਾਡੇ ਹਿੱਸੇ ਜਿਹੜੀ ਸਟੇਟ ਦੇ ਰਹੀ ਹੈ ਜਾਂ ਯੂਨੀਵਰਸਿਟੀ ਦੇ ਰਹੀ ਹੈ ਉਹਦੇ ਲਈ ਤੁਹਾਨੂੰ ਕੰਮ ਕਰਨਾ ਪਊਗਾ, ਜੋ ਆਉਂਦਾ ਉਹਦੇ ਲਈ ਟਾਈਮ ਕੱਢਣਾ ਪਊਗਾ। ਪੋਲੀ ਹਾਊਸ ਨੂੰ ਅੱਗੇ ਵਧਾ ਆਪ ਦੀ ਛਤਰ ਛਾਇਆ ਹੇਠ ਜਾਂ ਆਪਦੀ ਗਾਈਡੈਂਸ ਹੇਠ ਕਿਸਾਨਾਂ ਕੋਲ ਲੈ ਕੇ ਜਾ ਚੁੱਕੇ ਹੋ ਪੋਲੀ ਹਾਊਸ ਕਿ ਨਹੀਂ ਜਾ ਸਕਦੇ? ਅਸੀਂ ਹੁਣ ਜਦੋਂ ਸਾਡੇ ਮਾਰਕੀਟ ਹੱਥ 'ਚ ਆ ਗਈ, ਹੁਣ ਅਸੀਂ ਇਕੱਲੇ ਹਾਊਸ ਨਹੀਂ ਲਾਵਾਂਗੇ। ਫਾਰਮਰ ਇਹ ਨਹੀਂ ਵੀ ਇਕੱਲਾ ਹਾਊਸ ਲਾ ਕੇ ਵੇਚੂ ਕਿੱਥੇ, ਅਸੀਂ ਇੱਕ ਕੰਪਲੀਟ ਪੈਕੇਜ ਦੀ ਗੱਲ ਕਰਾਂਗੇ। ਸਾਡੀ ਉਮੀਦ ਹੈ ਵੀ ਅਸੀਂ ਨੈਕਸਟ ਵੀਕ ਹਾਰਟੀਕਲਚਰ ਡਾਇਰੈਕਟਰ ਮੈਮ ਸ਼ੈਲਿੰਦਰ ਜੀ ਨੂੰ ਵੀ ਮਿਲਾਂਗੇ, ਜਿਹਦੇ ਵਿੱਚ ਅਸੀਂ ਜਿਹੜੇ ਛੋਟੇ ਫਾਰਮਰ ਨੇ ਉਹਨਾਂ ਨੂੰ ਨੈਟ ਹਾਊਸ, ਉਹਦੇ ਕੋਈ ਏਰੀਆ ਕਿੰਨਾ ਗਾ, ਉਹਦੇ 'ਚ ਮਲਟੀਪਲ ਕ੍ਰੌਪ ਲਾ ਕੇ ਉਹਦੀ ਜਿਹੜੀ ਮਾਰਕੀਟਿੰਗ ਹੈ ਉਹ ਸੰਯੁਕਤ ਰੂਪ 'ਚ ਹੋ ਜਾਏ। ਬੰਦਾ ਉੱਥੇ ਉਹ ਕੀ ਤਿਆਰ ਕਰੇ, ਈਵਨ ਇੱਥੋਂ ਤੱਕ ਜੇ ਉਹਨੂੰ ਅਸੀਂ ਛੋਟਾ ਟੈਂਕ ਵੀ ਪੱਟ ਦਈਏ, ਉਹ ਬਰਸਾਤ ਵਾਲਾ ਪਾਣੀ ਸਟੋਰ ਕਰ ਲਵੇ, ਨੈਟ ਹਾਊਸ ਪੋਲੀਓ ਦਾ ਪਾਣੀ ਸਟੋਰ ਕਰ ਲਵੇ। ਪਾਣੀ ਦੀ ਸਮੱਸਿਆ ਬਹੁਤ ਵੱਡੀ ਹੈ। ਜਿਹੜਾ ਪਾਣੀ ਬਾਰਿਸ਼ ਦਾ ਜਾਂ ਨਹਿਰ ਦਾ, ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਇਹਦੇ ਜਿੱਡਾ ਅਮੀਰ ਪਾਣੀ ਕੋਈ ਨਹੀਂ ਹੈ। ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਨੂੰ ਟੈਂਕ ਬਣਾ ਕੇ ਲਾਓ। ਜੇ ਤੁਹਾਡੀ ਡਾਇਰੈਕਟ ਵਾਰੀ ਆਉਂਦੀ ਹੈ, ਤੁਸੀਂ ਇਹ ਸਾਫ਼ ਪਾਣੀ ਨੂੰ ਸਾਫ਼ ਨਾ ਸਮਝੋ। ਜਿਹੜਾ ਉਹ ਮਿਨਰਲ ਆ, ਉਹਦੇ ਵਾਲੇ ਤੱਤ ਨਹੀਂ ਹੈਗੇ ਵਰਲਡ 'ਚ ਕਿਤੇ। ਜਿਹੜਾ ਸਾਡੇ ਪਾਣੀ ਹੈ, ਜੇ ਮੈਂ ਆਪਣੀ ਧਰਤੀ ਦੀ ਗੱਲ ਕਰਾਂ, ਇਹਦੀ 0.5 EC ਆ। ਸਾਡੇ ਕੋਲ ਦੁਨੀਆ ਦਾ ਅਮੀਰ ਪਾਣੀ ਆ। ਲੋਕ ਜਿੰਨਾ ਕਿਸੇ ਬੂਟੇ ਨੂੰ ਕੋਈ ਸਿਸਟਮ ਦੇ ਰਾਹੀਂ ਫਰੂਟ ਚੁਕਾਉਂਦੇ ਆ, ਉਹਨਾਂ ਸਾਡਾ ਆਟੋਮੈਟਿਕਲੀ ਬੂਟਾ ਫਰੂਟ ਚੱਕਦਾ, ਕਿਉਂਕਿ ਇਹਦਾ ਸੋਇਲ ਅਤੇ ਪਾਣੀ ਦਾ ਜਿਹੜਾ EC ਦੇ pH ਦਾ ਹੈਗਾ ਤਾਲਮੇਲ, ਉਹ ਬਹੁਤ ਵਧੀਆ ਜੀ। ਸੋ ਮੇਰਾ ਆਖਰੀ ਸਵਾਲ ਹੈ ਤੁਹਾਡੇ ਲਈ, ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਜੇ ਤੁਹਾਡੇ ਕੋਲ ਆਉਣਾ, ਸੰਪਰਕ ਕਰਨਾ, ਟ੍ਰੇਨਿੰਗ ਲੈਣੀ ਹੈ ਜਾਂ ਕੁਛ ਇਸ ਤਰ੍ਹਾਂ ਦਾ ਕਰਨਾ, ਤੁਹਾਡਾ ਸੱਦਾ ਖੁੱਲ੍ਹਾ ਹੈ? ਤੋਤਾ ਸਿੰਘ ਜੀ, ਅਸੀਂ ਸ਼ੁਰੂ ਤੋਂ ਕਹਿੰਦੇ ਹਾਂ ਵੀ ਸਾਡੇ ਕੋਲ ਫੋਨ ਕਰਕੇ ਆਓ, ਟਾਈਮ ਲੈ ਕੇ ਆਓ। ਅਸੀਂ ਜੋ 28 ਸਾਲਾਂ ਦੇ ਵਿੱਚ ਗੋਡੇ ਭਨਾਏ ਆ, ਅਸੀਂ ਕਹਿੰਦੇ ਵੀ ਤੁਸੀਂ ਨਾ ਭਨਾਇਓ। ਤੁਸੀਂ ਜੋ ਕੁਝ ਸਾਨੂੰ ਆਉਂਦਾ ਸਾਨੂੰ ਸਿੱਖ ਲਿਓ। ਤੁਸੀਂ ਵੱਧ ਪੜ੍ਹੇ ਹੋਏ ਹੋ ਸਾਡੇ ਨਾਲੋਂ, ਤੁਸੀਂ ਨੈੱਟ ਤੋਂ ਬਹੁਤ ਕੁਝ ਲੱਭ ਸਕਦੇ ਹੋ। ਪਰ ਜੋ ਬੇਸਿਕ ਹੈ, ਅਸੀਂ ਬੇਸਿਕ ਦੱਸਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਪਰ ਜੇ ਕੋਈ ਵੀ ਬੰਦਾ ਇਹ ਕੰਮ ਕਰਦਾ, ਉਹ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਫੇਲੀਅਰ ਕੋ ਵੀ ਜਾਓ, ਜਿਹੜਾ ਬੰਦਾ ਪਾਸ ਹੋਇਆ ਉਹਦੇ ਕੋਲ ਵੀ ਜਾਓ, ਫਿਰ ਬੈਠ ਕੇ ਆਪਣੇ ਆਪ ਨਾਲ ਗੱਲ ਕਰੋ ਵੀ ਮੈਂ ਇਸ ਚੀਜ਼ ਨੂੰ ਕਰ ਸਕਦਾ। ਇਹ ਦੇਖਣ ਨੂੰ ਬਹੁਤ ਕੰਮ ਸੋਹਣੇ ਲੱਗਦੇ ਆ, ਪਰ ਜਦ ਅਸੀਂ ਵਿੱਚ ਇਹਦੇ ਪੈਂਦੇ ਹਾਂ, ਇਹ ਮੁਸ਼ਕਲ ਕੰਮ ਜ਼ਰੂਰ ਨੇ। ਪਰ ਮੈਂ ਇੰਨਾ ਜ਼ਰੂਰ ਕਹਿਣਾ ਵੀ ਜਦੋਂ ਤੁਹਾਡੇ ਸਮਝ 'ਚ ਆ ਗਏ, ਅਸੀਂ ਦੁਨੀਆ ਦੇ ਅਮੀਰ ਵਾਤਾਵਰਨ 'ਚ ਬੈਠੇ ਹਾਂ। ਅਸਮਾਨ 'ਚੋਂ ਹਵਾ 'ਚੋਂ ਰੁਪਈਏ ਕਮਾਉਣ ਵਾਲਾ ਸਾਧਨ ਇੱਕ ਵਾਤਾਵਰਨ ਆਪਣੇ ਕੋਲ ਇਹ ਆ, ਜਿਹਦੇ ਵਿੱਚ ਅਸੀਂ ਬਹੁਤ ਕੁਝ ਕਮਾ ਸਕਦੇ ਹਾਂ। ਅਜੇ ਜਿਹੜੀ ਸਾਨੂੰ ਦੇਖ ਕੇ ਲੋਕ ਕਹਿੰਦੇ ਅਸੀਂ 20% ਖੇਤੀ ਆਪਣੇ ਆਪ ਨੂੰ 20% ਤੇ ਸਮਝਦੇ ਹਾਂ, ਸਾਡੇ ਵੀ 80% ਬਾਟ ਬਾਕੀ ਆ ਜੀ। ਪਰ ਮੈਂ ਉਮੀਦ ਕਰਦਾ ਵੀ ਘਬਰਾਉਣ ਦੀ ਲੋੜ ਨਹੀਂ। ਇਹ ਮੁਸ਼ਕਲਾਂ ਮੁਸੀਬਤਾਂ ਜ਼ਿੰਦਗੀ 'ਚ ਬਣੀਆਂ ਹੋਈਆਂ ਨੇ, ਆਉਂਦੀਆਂ ਰਹਿੰਦੀਆਂ ਨੇ। ਹਾਂ, ਇੰਨਾ ਜ਼ਰੂਰ ਹੈ ਵੀ ਪਹਿਲਾਂ ਕੰਮ ਨੂੰ ਸਮਝੋ, ਫਿਰ ਆਪਣਾ ਵਿੱਤ ਦੇਖੋ, ਫਿਰ ਉਹ ਤੋਂ ਬਾਅਦ ਵਿੱਚ ਸ਼ੁਰੂ ਕਰੋ। ਸ਼ੁਕਰੀਆ, ਬਹੁਤ ਥੈਂਕ ਯੂ। ਦਵਿੰਦਰ ਸਿੰਘ ਮੁਸ਼ਕਾਬਾਦ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਕਿਉਂਕਿ ਪੋਲੀ ਹਾਊਸ ਬਹੁਤ ਸਾਰੇ ਲੱਗੇ ਦੇਖੇ ਹੋਣੇ ਸੜਕਾਂ ਦੇ ਦੁਆਲੇ, ਹੁਣ ਤਾਂ ਘਟ ਗਏ ਹੈ।
ਇੱਕ ਵਾਰ ਇੱਕ ਹੋੜ ਜੀ ਆਈ ਸੀਗੀ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਜੀ ਇਹ ਲਿਖ ਦੇਖਦੇ ਹੋ ਤੁਸੀਂ ਲੱਗੇ ਹੋਏ, ਤਾਂ ਇਹਨਾਂ ਨੇ ਇਹਦੀਆਂ ਮੁਸ਼ਕਲਾਂ ਦੱਸੀਆਂ, ਇਹਨਾਂ ਨੇ ਇਹਨਾਂ ਕਾਰਨ ਦੱਸਿਆ ਕਿ ਇਹ ਵੱਧ ਕਿਉਂ ਨਹੀਂ ਸਕੀ। ਇਹ ਕਈ ਵਾਰ ਕੰਪਨੀਆਂ ਜਾਂ ਵੇਚਣ ਵਾਲੇ ਤੁਹਾਡੇ ਗਲ 'ਚ ਢੋਲ ਪਾ ਜਾਂਦੇ ਆ, ਫਿਰ ਕੋਈ ਸਿਰੜੀ ਬੰਦਾ ਹੁੰਦਾ ਜਿਹੜਾ ਢੋਲ ਨੂੰ ਤਾਲ 'ਚ ਲਿਆਉਂਦਾ। ਇਹਨਾਂ ਨੇ ਜਿਹੜਾ ਗਲ 'ਚ ਪਿਆ ਢੋਲ ਸੀ ਉਹਨੂੰ ਤਾਲ 'ਚ ਲਿਆਂਦਾ। ਅਤੇ ਇਸ ਵਕਤ ਇਹਨਾਂ ਦਾ ਨਾਂ ਪੋਲੀ ਹਾਊਸ ਦੀ ਦੁਨੀਆ 'ਚ ਜੇ ਪੰਜਾਬ 'ਚ ਗੱਲ ਕਰੀਏ ਤਾਂ ਚੁਣਿੰਦਾ ਬੰਦਿਆਂ 'ਚ ਆਉਂਦਾ ਅਤੇ ਬਹੁਤ ਸਾਰੇ ਮਾਣ ਸਨਮਾਨ ਵੀ ਹਾਸਲ ਕੀਤੇ, ਨਾਲ ਆਪਦੀ ਇਨਕਮ ਨੂੰ ਵੱਡਾ ਕੀਤਾ। 28 ਸਾਲਾਂ ਦਾ ਐਕਸਪੀਰੀਅੰਸ ਆਪਾਂ ਥੋੜ੍ਹੇ ਸਮੇਂ 'ਚ ਜਾਣਨ ਦੀ ਕੋਸ਼ਿਸ਼ ਕੀਤੀ। ਅਗਲੇ ਸਫ਼ਰ 'ਤੇ ਫਿਰ ਮਿਲਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।